प्यारी साध संगत जी, भगवान वाल्मीकि जी की जय। जय गुरुदेव, धन गुरुदेव। ਅੱਜ ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਹਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸਹੋਤਾ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਭਾਈ ਸਾਹਿਬ ਜੀ ਨੂੰ ਆਪਾਂ ਪਹਿਲਾਂ ਵੀ ਭਗਵਾਨ ਵਾਲਮੀਕ ਜੀ ਦੀ ਬਾਣੀ ਨੂੰ ਤੁਲਨਾਤਮਕ ਅਧਿਐਨ ਕਰਦੇ ਹੋਏ ਅਕਸਰ ਕਾਂਸ਼ੀ ਟੈਲੀਵਿਜ਼ਨ ਉੱਪਰ ਦੇਖਿਆ ਹੈ। ਜਿਸ ਤਰ੍ਹਾਂ ਆਪਾਂ ਆਖ ਸਕਦੇ ਹਾਂ ਕਿ ਮਾਲਕ ਦੇ ਪਿਆਰੇ ਜਦੋਂ ਜਦੋਂ ਵੀ ਇਸ ਦੁਨੀਆ ਉੱਪਰ ਆਉਂਦੇ ਹਨ, ਉਹ ਆਪਾਂ ਨੂੰ ਸੱਚ ਦਾ ਸੁਨੇਹਾ ਦੇਣ ਵਾਸਤੇ ਆਉਂਦੇ ਹਨ। ਸੱਚ ਦਾ ਸੁਨੇਹਾ ਉਹ ਹੀ ਦੇ ਸਕਦਾ ਹੈ ਜੋ ਉਸ ਸੱਚ ਵਿੱਚੋਂ ਆਇਆ ਹੋਵੇ। ਕਦੇ ਕੋਈ ਮਹਾਤਮਾ ਇੱਥੇ ਆ ਕੇ ਧਰਮ ਦੀਆਂ ਦੀਵਾਰਾਂ ਖੜੀਆਂ ਕਰਨ ਵਾਸਤੇ ਨਹੀਂ ਆਉਂਦੇ। ਆਪਾਂ ਆਖ ਸਕਦੇ ਹਾਂ ਕਿ ਉਹਨਾਂ ਦਾ ਉਪਦੇਸ਼ ਕਿਸੇ ਇੱਕ ਵਰਗ ਦੇ ਲੋਕਾਂ ਲਈ ਨਹੀਂ ਆਖਿਆ ਜਾ ਸਕਦਾ। ਉਹਨਾਂ ਨੇ ਉਸ ਦੁਨੀਆ ਦੇ ਅੰਦਰ ਆ ਕੇ ਇੱਕ ਅਨਮੋਲ ਉਪਦੇਸ਼ ਸਮੁੱਚੀ ਮਾਨਵਤਾ ਦੀ ਝੋਲੀ ਵਿੱਚ ਪਾਇਆ। ਉਹਨਾਂ ਦੇ ਦੱਸਣ ਅਨੁਸਾਰ ਆਪਾਂ ਇਸ ਸੰਸਾਰ ਵਿੱਚ ਵਪਾਰ ਕਰਨ ਵਾਸਤੇ ਆਏ, ਕੌਮਾਂ, ਮਜ਼ਹਬਾਂ ਅਤੇ ਮੁਲਕਾਂ ਦੀਆਂ ਦੀਵਾਰਾਂ ਖੜੀਆਂ ਕਰਨ ਵਾਸਤੇ ਨਹੀਂ। ਮਾਲਕ ਦੇ ਪਿਆਰੇ ਇਸ ਵਿਚਾਰਧਾਰਾ ਦੇ ਧਾਰਨੀ ਹੁੰਦੇ ਹਨ, ਭਾਵ ਇਸ ਵਿਚਾਰਧਾਰਾ ਨੂੰ ਸਾਡੇ ਸਾਹਮਣੇ ਪੇਸ਼ ਕਰਦੇ ਹਨ ਕਿ ਮਜ਼ਹਬ ਇਨਸਾਨ ਲਈ ਹਨ, ਇਨਸਾਨ ਮਜ਼ਹਬਾਂ ਲਈ ਨਹੀਂ ਹੈ। ਤੇ ਸੱਚਾ ਮਜ਼ਹਬ ਸਭ ਨਾਲ ਪ੍ਰੇਮ ਕਰਨ ਦਾ ਉਪਦੇਸ਼ ਦਿੰਦਾ ਹੈ। ਤੇ ਸ਼ਾਇਦ ਇਸੇ ਕਰਕੇ ਹੀ ਸਤਿਗੁਰੂ ਕਬੀਰ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਫਰਮਾਇਆ ਹੈ, ਜਾਂ ਘਟ ਪ੍ਰੇਮ ਨਾ ਸੰਚਰੇ, ਸੋ ਘਟ ਜਾਨ ਮਸਾਨ, ਜੈਸੇ ਖਾਲ ਲੋਹਾਰ ਕੀ ਸਾਂਸ ਲੇਤ ਬਿਨ ਪ੍ਰਾਣ। ਸਤਿਗੁਰੂ ਕਬੀਰ ਸਾਹਿਬ ਜੀ ਦੱਸਦੇ ਹਨ ਕਿ ਜਿਸ ਸਰੀਰ ਵਿੱਚ ਪ੍ਰੇਮ ਪੈਦਾ ਨਹੀਂ ਹੋਇਆ, ਉਹ ਸ਼ਮਸ਼ਾਨ ਘਾਟ ਵਾਂਗ ਹੈ, ਇੱਥੇ ਹੀ ਬਸ ਨਹੀਂ। ਉਸ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਲੋਹਾਰ ਕੋਲਿਆਂ ਨੂੰ ਗਰਮ ਕਰਨ ਲਈ ਹਵਾ ਦੇਣ ਵਾਲੇ ਇੱਕ ਜੰਤਰ ਦੀ ਵਰਤੋਂ ਕਰਦੇ ਹਨ, ਜਿਸ ਨੂੰ ਧੌਂਕਣੀ ਆਖਦੇ ਹਨ, ਜਿਸ ਵਿੱਚ ਸਾਹ ਭਰੇ ਜਾਂਦੇ ਹਨ। ਸਤਿਗੁਰੂ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਇਹ ਇਨਸਾਨ ਜੇਕਰ ਪ੍ਰੇਮ ਨੂੰ ਸਮਝਿਆ ਹੀ ਨਹੀਂ ਤਾਂ ਫਿਰ ਉਸ ਮਾਲਕ ਨਾਲ ਮਿਲਾਪ ਨਹੀਂ ਕਰ ਸਕੇਗਾ। ਮੈਂ ਜ਼ਿਆਦਾ ਕੁਝ ਨਾ ਕਹਿੰਦੀ ਹੋਈ ਬੇਨਤੀ ਕਰਾਂ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਨੂੰ। ਆਪ ਜੀ ਨੇ ਪਿਛਲੇ ਕਾਫੀ ਸਤਸੰਗਾਂ ਵਿੱਚ ਜ਼ਿਕਰ ਕੀਤਾ ਕਿ ਭਗਵਾਨ ਵਾਲਮੀਕ ਜੀ ਦੀ ਬਾਣੀ ਵੇਦਾਂ ਦਾ ਹਿੱਸਾ ਨਹੀਂ। ਦੂਸਰੀ ਚੀਜ਼ ਆਪ ਜੀ ਨੇ ਵਰਣਨ ਕੀਤੀ ਕਿ ਭਗਵਾਨ ਵਾਲਮੀਕ ਜੀ ਨਾ ਤਾਂ ਰਿਸ਼ੀ ਸਨ ਅਤੇ ਨਾ ਹੀ ਮਹਾਰਿਸ਼ੀ, ਅਤੇ ਇਹਨਾਂ ਨੂੰ ਕਵੀ ਕਹਿਣ ਵਾਲਿਆਂ ਨੇ ਵੀ ਕਲਪਨਾ ਦਾ ਆਸਰਾ ਹੀ ਲਿਆ ਜਾਪਦਾ। ਭਾਈ ਸਾਹਿਬ ਜੀ ਆਪਣੇ ਨਾਲ ਜੋ ਲੱਖਾਂ ਦੀ ਗਿਣਤੀ ਵਿੱਚ ਸੰਗਤ ਕਾਂਸ਼ੀ ਟੈਲੀਵਿਜ਼ਨ ਨੂੰ ਦੇਖ ਰਹੀ ਹੈ, ਕੁਝ ਨਵੇਂ ਸਰੋਤੇ ਵੀ ਹਨ, ਉਹ ਵੀ ਇਹ ਗੱਲ ਜਾਣਨਾ ਚਾਹਣਗੇ ਕਿ ਅੱਜ ਤੱਕ ਉਹਨਾਂ ਨੇ ਭਗਵਾਨ ਵਾਲਮੀਕ ਜੀ ਨੂੰ ਕਲਪਿਤ ਕਹਾਣੀਆਂ ਦੇ ਪ੍ਰਮਾਣ ਅਨੁਸਾਰ ਜਾਂ ਰਿਸ਼ੀ ਜਾਂ ਮਹਾਰਿਸ਼ੀ ਜੀ ਸੁਣਿਆ ਹੈ। ਆਪ ਸੰਖੇਪ ਵਿੱਚ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਭੈਣ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਕਿ ਉਹ ਮਾਲਕ ਦੇ ਪਿਆਰੇ ਇਸ ਦੁਨੀਆ ਦੇ ਅੰਦਰ ਆ ਕੇ ਸਿਰਫ ਆਪਾਂ ਨੂੰ ਕਹਿ ਲੋ ਕਿ ਗੁਰਮੁਖ ਦੀ ਗੱਲ ਕਰਦੇ,
ਜਿਸ ਤਰ੍ਹਾਂ ਆਪਾਂ ਪਹਿਲੇ ਸਤਸੰਗਾਂ ਵਿੱਚ ਜ਼ਿਕਰ ਕੀਤਾ, ਆਪਾਂ ਸੌਖੇ ਲਫ਼ਜ਼ਾਂ 'ਚ ਇਹ ਗੱਲ ਆਖ ਸਕਦੇ ਕਿ ਇਨਸਾਨੀਅਤ ਨੂੰ ਜਾਣਨਾ ਹੀ ਮਹਾਤਮਾ ਦਾ ਆਪਾਂ ਉਦੇਸ਼ ਕਹਿ ਲਈਏ, ਉਹਨਾਂ ਦਾ ਜਿਹੜਾ ਉਹ ਮਕਸਦ ਕਹਿ ਲਈਏ। ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਕਿ ਕਦੇ ਕੋਈ ਮਹਾਤਮਾ ਇੱਥੇ ਧਰਮ ਦੀਆਂ ਦੀਵਾਰਾਂ ਜਿਹੜੀਆਂ ਉਹ ਖੜੀਆਂ ਕਰਨ ਵਾਸਤੇ ਨਹੀਂ ਆਉਂਦਾ। ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਇਸ ਦੇ ਪ੍ਰਤੀ ਕਿ ਉਸ ਮਾਲਕ ਨੇ ਇਸ ਦੁਨੀਆ ਦੇ ਅੰਦਰ ਇਨਸਾਨ ਪੈਦਾ ਕੀਤੇ, ਲੇਕਿਨ ਇਸ ਇਨਸਾਨ ਦੀ ਆਪਾਂ ਤੰਗ ਦਿਲੀ ਕਹਿ ਲਈਏ ਕਿ ਮਨ ਦੇ ਅਧੀਨ ਆ ਕੇ ਇਸ ਇਨਸਾਨ ਨੇ ਵੱਖਰੇ ਵੱਖਰੇ ਸਮੇਂ ਦੇ ਉੱਪਰ ਇਹ ਦੀਵਾਰਾਂ ਜਿਹੜੀਆਂ ਉਹ ਖੜੀਆਂ ਕਰ ਦਿੱਤੀਆਂ। ਜੇਕਰ ਆਪਾਂ ਖੁੱਲੇ ਦਿਲ ਨਾਲ ਵਿਚਾਰ ਕਰਕੇ ਦੇਖੀਏ ਤੇ ਕੋਈ 500 ਸਾਲ ਪਹਿਲਾਂ, 550 ਸਾਲ ਦੀ ਆਪਾਂ ਗੱਲ ਕਰ ਲੈਨੇ ਕਿ ਉਸ ਤੋਂ ਪਹਿਲਾਂ ਸਿੱਖ ਧਰਮ ਜਿਹੜਾ ਉਹ ਹੋਂਦ ਵਿੱਚ ਨਹੀਂ ਸੀ, ਭਾਵ ਕਿ ਸਿੱਖ ਇਸ ਦੁਨੀਆ ਦੇ ਅੰਦਰ ਨਹੀਂ ਸਨ। ਇਸ ਤੋਂ ਆਪਾਂ ਪਹਿਲਾਂ ਦੀ ਗੱਲ ਕਰ ਲਈਏ ਕਿ ਕੋਈ 1400 ਸਾਲ ਤੋਂ ਪਹਿਲਾਂ ਮੁਸਲਮਾਨ ਧਰਮ ਜਿਹੜਾ ਉਹ ਹੋਂਦ ਵਿੱਚ ਨਹੀਂ ਸੀ, ਭਾਵ ਕਿ ਇਹ ਉਸ ਸਮੇਂ ਦੀ ਹੱਦ ਕਹਿ ਲਓ ਕੋਈ 1400 ਸਾਲ ਤੱਕ ਜਿਹੜਾ ਆਪਾਂ ਕਹਿ ਸਕਦੇ। ਇਸੇ ਤਰ੍ਹਾਂ ਕ੍ਰਿਸਚੀਅਨ ਧਰਮ ਦੀ ਆਪਾਂ ਗੱਲ ਕਰ ਲਈਏ, ਇਸ ਤੋਂ ਪਹਿਲਾਂ ਕੋਈ 2000 ਸਾਲ ਦੀ ਆਪਾਂ ਗੱਲ ਕਰ ਲਈਏ, ਉਸ ਤੋਂ ਪਹਿਲਾਂ ਇਹ ਇਸ ਦੁਨੀਆ ਦੇ ਅੰਦਰ ਨਹੀਂ ਸਨ। ਲੇਕਿਨ ਹੋਇਆ ਕਿ ਜਿਸ ਤਰ੍ਹਾਂ ਇਸ ਤੋਂ ਵੀ ਆਪਾਂ ਜੇਕਰ ਪਿੱਛੇ ਚਲੇ ਜਾਈਏ ਤੇ ਬੁੱਧ ਧਰਮ ਕੋਈ 5000 ਸਾਲ ਤੋਂ ਪਹਿਲਾਂ ਦੀ ਗੱਲ ਜਿਹੜੀ ਉਹ ਨਹੀਂ ਕਰਦੇ। ਆਪਾਂ ਇਹ ਗੱਲ ਕਹਿ ਸਕਦੇ ਕਿ ਬੁੱਧਾਂ ਦੀ ਜਿਹੜੀ ਆਪਾਂ ਸੂਝ-ਬੂਝ ਜਿਹੜੀ ਉਹ 5000 ਸਾਲ ਪਹਿਲਾਂ ਇਸ ਸੰਸਾਰ ਦੇ ਅੰਦਰ ਨਹੀਂ ਸੀ। ਦੂਸਰੀ ਗੱਲ ਜੋ ਭੈਣ ਜੀ ਨੇ ਜ਼ਿਕਰ ਕੀਤਾ ਜੀ ਕਿ ਆਪਾਂ ਇਸ ਦੁਨੀਆ ਦੇ ਅੰਦਰ ਵਪਾਰ ਕਰਨ ਵਾਸਤੇ ਆਏ, ਲੇਕਿਨ ਵਪਾਰ ਤੇ ਆਪਾਂ ਕੀ ਕਰਨਾ ਸੀ, ਅਸੀਂ ਵੱਖਰੀਆਂ ਸ਼ਕਲਾਂ ਕਹਿ ਲਓ, ਦੀਵਾਰਾਂ ਕਹਿ ਲਓ, ਉਹ ਜਿਹੜੀਆਂ ਉਹਨਾਂ ਨੂੰ ਆਪਾਂ ਖੜੀਆਂ ਕਰ ਦਿੱਤਾ। ਹਾਲੇ ਕਿ ਮਹਾਤਮਾ ਦਾ ਉਪਦੇਸ਼, ਮਹਾਤਮਾ ਦੀ ਸਿੱਖਿਆ ਕਹਿ ਲਓ, ਉਹ ਆਪਾਂ ਨੂੰ ਇਸ ਚੀਜ਼ ਦੇ ਪ੍ਰਤੀ ਇਸ਼ਾਰਾ ਕਰਦੀ ਕਿ ਉਹ ਮਾਲਕ ਨੇ ਕਦੇ ਵੀ ਕਿਸੇ ਦੇ ਅੰਦਰ ਕੋਈ ਭਿੰਨ ਭੇਦ ਜਿਹੜਾ ਉਹ ਪੈਦਾ ਨਹੀਂ ਕੀਤਾ, ਭਾਵ ਉਸਨੇ ਇਸ ਦੁਨੀਆ ਦੇ ਅੰਦਰ ਇਨਸਾਨ ਪੈਦਾ ਕੀਤੇ ਤੇ ਇਸ ਦਾ ਧਰਮ ਹੀ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਇਨਸਾਨੀਅਤ ਨੂੰ ਪਹਿਚਾਨਣਾ ਆਖਿਆ ਜਾ ਸਕਦਾ। ਉਹਨਾਂ ਮਹਾਤਮਾ ਦਾ ਉਪਦੇਸ਼ ਜਿਸ ਨੂੰ ਆਪਾਂ ਮੱਥਾ ਟੇਕਦੇ ਜੀ, ਚਾਹੇ ਕਿਸੇ ਮਹਾਤਮਾ ਦਾ ਧਾਰਮਿਕ ਗ੍ਰੰਥ ਆ, ਮੱਥਾ ਇਸ ਕਰਕੇ ਟੇਕਦੇ ਕਿ ਉਸ ਦੇ ਅੰਦਰ ਜਿਹੜੀ ਚੀਜ਼ ਲਿਖੀ ਆ ਨਾ ਉਹ ਆਪਾਂ ਨੂੰ ਜਿਹੜੀ ਉਹ ਪ੍ਰਵਾਨ ਹੈ। ਕੋਈ 3 ਪ੍ਰਮਾਣ ਜਿਹੜੇ ਬਾਣੀ ਦੇ ਵਿੱਚੋਂ ਆਪਾਂ ਇਸ ਦੇ ਪ੍ਰਤੀ ਲਵਾਂਗੇ ਕਿ ਮਹਾਤਮਾ ਜਿਸ ਤਰ੍ਹਾਂ ਕਈ ਵਾਰੀ ਇਹੋ ਜਿਹੇ ਇਨਸਾਨ ਹੋ ਸਕਦਾ ਆਪਾਂ ਨੂੰ ਵੀ ਕੁਐਸਚਨ ਕਰਨ ਕਿ ਸ਼ਾਇਦ ਤੁਸੀਂ ਜੀ ਆਹ ਗੱਲ ਜਿਹੜੀ ਆ ਪਤਾ ਨਹੀਂ ਕਿੱਥੋਂ ਲੈਣ ਦੀ ਕਿ ਧਰਮ ਦੀਆਂ ਦੀਵਾਰਾਂ। ਖੁੱਲੇ ਦਿਲ ਨਾਲ ਵਿਚਾਰ ਕਰਕੇ ਦੇਖੀਏ ਤੇ ਜੇਕਰ ਇਹ ਕਿਲਿਆਂ ਦੀਆਂ ਦੀਵਾਰਾਂ ਨਹੀਂ ਤੇ ਫਿਰ ਹੋਰ ਆਪਾਂ ਇਸ ਨੂੰ ਕੀ ਕਹਿ ਸਕਦੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖੀ ਹੋਈ ਆਪਾਂ ਨੂੰ ਮਿਲੇਗੀ। ਕਹਿੰਦੇ ਅਵਲ ਅੱਲਾ ਨੂਰ ਅਪਾਇਆ, ਅਵਲ ਤੋਂ ਭਾਵ ਸਭ ਤੋਂ ਪਹਿਲਾਂ। ਕਿਉਂਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਮੁਸਲਮਾਨ ਘਰਾਣੇ ਦੇ ਅੰਦਰ ਉਹਨਾਂ ਦੀ ਪਰਵਰਿਸ਼ ਹੋਈ, ਇਸ ਕਰਕੇ ਕਿਉਂਕਿ ਉਹਨਾਂ ਨੇ ਅੱਲਾ ਲਫ਼ਜ਼ ਜਿਹੜਾ ਉਸ ਨੂੰ ਵਰਤੋਂ ਵਿੱਚ ਲੈ ਕੇ ਆਂਦਾ। ਕੀ ਫਰਮਾਇਆ? ਕਹਿੰਦੇ ਅਵਲ ਅੱਲਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ। ਕਹਿੰਦੇ ਉਸ ਅੱਲਾ ਦੇ ਨੂਰ ਤੋਂ ਇਸ ਇਨਸਾਨ ਦੀ ਜਿਹੜੀ ਹੋਂਦ ਆਈ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭੱਲੇ ਕੋ ਮੰਦੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਕੀ ਇਸ਼ਾਰਾ ਕਰ ਰਿਹਾ ਹੈ? ਕਹਿੰਦੇ ਉਸ ਨੂਰ ਤੋਂ ਇਸ ਸੰਸਾਰ ਦੀ ਜਿਹੜੀ ਉਹ ਸਿਰਜਣਾ ਹੋਈ, ਇਸ ਸੰਸਾਰ ਦੀ ਹੋਂਦ ਜਿਹੜੀ ਇਸ ਦੁਨੀਆ ਦੇ ਵਿੱਚ ਆਈ,
ਇਸ ਕਰਕੇ ਕੋਈ ਵੀ ਚੰਗਾ ਜਾਂ ਮਾੜਾ ਜਿਹੜਾ ਉਹ ਨਹੀਂ ਆਖਿਆ ਜਾ ਸਕਦਾ। ਚੰਗਾ ਜਾਂ ਮਾੜੇ ਦੀ ਪਹਿਚਾਣ ਕਹਿ ਲਓ, ਚੰਗੇ ਜਾਂ ਮਾੜੇ ਦੀ ਹੋਂਦ ਕਹਿ ਲਓ, ਕਿਸ ਨੇ ਪੈਦਾ ਕੀਤੀ? ਇਸ ਇਨਸਾਨ ਜਿਹੜਾ ਉਸਨੇ ਪੈਦਾ ਕੀਤੇ। ਅਗਲੀ ਕੜੀ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਕੀ ਫਰਮਾਇਆ ਜੀ? ਕਹਿੰਦੇ ਲੋਗਾ ਭਰਮ ਨਾ ਭੁੱਲੋ ਭਾਈ। ਸਾਡੇ ਲੈਵਲ ਤੇ ਆ ਕੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਸਾਨੂੰ ਇਸ਼ਾਰਾ ਦੇ ਰਹੇ, ਕਹਿੰਦੇ ਲੋਗਾ ਭਰਮ ਨਾ ਭੁੱਲੋ ਭਾਈ। ਕਹਿੰਦੇ ਐ ਮੇਰੇ ਭਰਾਵੋ, ਐ ਦੁਨੀਆ ਦੇ ਲੋਕੋ, ਇਸ ਭਰਮ ਔਰ ਭੁਲੇਖੇ ਦੇ ਵਿੱਚ ਨਾ ਪਾਓ। ਸਵਾਲ ਪੈਦਾ ਹੁੰਦਾ ਕਿਸ ਭਰਮ ਔਰ ਭੁਲੇਖੇ ਦੀ ਗੱਲ ਜਿਹੜੀ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਕਰ ਰਹੇ? ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਤਿੰਨ ਲਫ਼ਜ਼ ਵਰਤੇ ਇਸ ਕੜੀ ਦੇ ਅੰਦਰ। ਕਹਿੰਦੇ ਖਾਲਕ ਖਲਕ, ਖਾਲਕ ਤੋਂ ਭਾਵ ਪਰਮਾਤਮਾ, ਖਲਕ ਤੋਂ ਭਾਵ ਇਸ ਦੁਨੀਆ ਦੀ ਕਾਇਨਾਤ। ਖਾਲਕ ਖਲਕ ਖਲਕ ਮੈਂ ਖਾਲਕ, ਕਹਿੰਦੇ ਦੁਨੀਆ ਦੀ ਕਾਇਨਾਤ ਦੇ ਅੰਦਰ ਉਹ ਮਾਲਕ ਕਹਿੰਦੇ ਵਸ ਰਿਹਾ। ਇਸ ਕਰਕੇ ਛੋਟੇ ਔਰ ਵੱਡੇ ਦੀ ਗੱਲ, ਉੱਚੇ ਜਾਂ ਨੀਵੇਂ ਦੀ ਗੱਲ, ਉੱਚੀ ਜਾਤ ਜਾਂ ਨੀਵੀਂ ਜਾਤ ਦੀ ਗੱਲ, ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਦੀ ਗੱਲ, ਕਹਿੰਦੇ ਉਹ ਭਰਾਵੋ ਇਹ ਕਿਸ ਨੇ ਪੈਦਾ ਕੀਤੀ? ਕਹਿੰਦੇ ਇਸ ਇਨਸਾਨ ਨੇ ਪੈਦਾ ਕੀਤੀ। ਇਨਸਾਨ ਨੇ ਪੈਦਾ ਕੀਤੀ। ਤੇ ਜਿਸ ਤਰ੍ਹਾਂ ਭੈਣ ਜੀ ਨੇ ਜ਼ਿਕਰ ਕੀਤਾ ਕਿ ਕਿਲਿਆਂ ਦੀਆਂ ਦੀਵਾਰਾਂ, ਭਾਵ ਆਪਾਂ ਆਖ ਸਕਦੇ ਕਿ ਇਹ ਦੀਵਾਰਾਂ ਇਸ ਇਨਸਾਨ ਨੇ ਆਪ ਪੈਦਾ ਕੀਤੀਆਂ। ਅਗਲੀ ਕੜੀ 'ਚ ਕੀ ਫਰਮਾਇਆ? ਅੱਧੀ ਕੜੀ ਵਿੱਚ ਕਹਿੰਦੇ ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਪੂਰ ਰਹੋ ਸਰਬ ਠਾਈ, ਕਹਿੰਦੇ ਉਹ ਮਾਲਕ ਸਾਰੇ ਥਾਵਾਂ ਦੇ ਵਿੱਚ ਕਹਿੰਦੇ ਵਿਆਪਕ ਆ। ਇੱਥੇ ਆ ਕੇ ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ। ਜੇਕਰ ਆਪਾਂ ਇਸ ਮਤ ਦੇ ਧਾਰਨੀ ਆ ਨਾ, ਇਸ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਕਿ ਉਹ ਮਾਲਕ ਕਿਸੇ ਖਾਸ ਧਾਰਮਿਕ ਅਸਥਾਨ ਦੇ ਅੰਦਰ ਆ, ਤੇ ਫਿਰ ਆ ਜਿਹੜੀ ਕੜੀ ਆ ਇਹ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਉਸ ਨੂੰ ਅੰਕਿਤ ਕੀਤੀ। ਦੋ ਪ੍ਰਮਾਣ ਜਿਹੜੇ ਗੁਰਬਾਣੀ ਦੇ ਆਪਾਂ ਇਸ ਦੇ ਪ੍ਰਤੀ ਹੋਰ ਲਵਾਂਗੇ, ਕਿਉਂਕਿ ਭੈਣ ਜੀ ਨੇ ਸ਼ਬਦ ਇਥੋਂ ਸ਼ੁਰੂ ਕੀਤਾ, ਕਿਲਿਆਂ ਦੀਆਂ ਦੀਵਾਰਾਂ ਦੀ ਗੱਲ। ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਦੇ ਅੰਦਰ ਬਿਲਕੁਲ ਇਸੇ ਚੀਜ਼ ਬਾਰੇ ਜ਼ਿਕਰ ਕੀਤਾ। ਹਾਲੇ ਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਜ਼ਿੰਦਗੀ ਦਾ ਸਮਾਂ ਅਤੇ ਸ਼ੇਖ ਫਰੀਦ ਜੀ ਦੀ ਜ਼ਿੰਦਗੀ ਦਾ ਸਮਾਂ ਜਿਹੜਾ ਕੋਈ ਤਕਰੀਬਨ 300 ਸਾਲ ਦੀ ਜਿਹੜੀ ਗੱਲ ਆਪਾਂ ਉਹ ਆਖ ਸਕਦੇ ਹਾਂ, ਸ਼ਾਇਦ ਇਹ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਮਿਲੇ ਵੀ ਨਹੀਂ। ਕੀ ਫਰਮਾਇਆ ਸ਼ੇਖ ਫਰੀਦ ਜੀ ਨੇ? ਕਹਿੰਦੇ ਫਰੀਦਾ ਖਾਲਕ ਖਲਕ ਮੇ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀ। ਇੱਕ ਪ੍ਰਮਾਣ ਆਪਾਂ ਗੁਰਬਾਣੀ ਦੇ ਵਿੱਚੋਂ ਹੋਰ ਲਵਾਂਗੇ, ਕਿਉਂਕਿ ਅਸੀਂ ਵੀ ਸਤਿਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਕਈ ਵਾਰੀ ਇਹੋ ਜੀ ਗੱਲ ਜਿਹੜੀ ਉਹ ਕਰ ਜਾਂਦੇ ਕਿ ਜੀ ਸਤਿਗੁਰੂ ਰਵਿਦਾਸ ਜੀ ਨੇ ਇੱਕ ਨਵਾਂ ਹੀ ਧਰਮ ਜਿਹੜਾ ਉਹ ਸ਼ੁਰੂ ਕੀਤਾ। ਲੇਕਿਨ ਆ ਕੜੀ ਜਿਹੜੀ ਉਸ ਗ੍ਰੰਥ ਦੇ ਅੰਦਰ ਲਿਖੀ ਜਿਸ ਨੂੰ ਆਪਾਂ ਜੀ ਉਹ ਮੱਥਾ ਟੇਕਦੇ। ਕੀ ਲਿਖਿਆ? ਕਹਿੰਦੇ ਏਕੇ ਮਾਟੀ ਕੇ ਸਭ ਭਾਂਡੇ, ਸਭ ਕਾ ਏਕੋ ਸਿਰਜਣਹਾਰਾ। ਸਤਿਗੁਰੂ ਰਵਿਦਾਸ ਜੀ ਕੀ ਬਿਆਨ ਕਰ ਰਹੇ? ਕਹਿੰਦੇ ਸਭ ਕੋ ਏਕੇ ਸਿਰਜਣਹਾਰਾ, ਕਹਿੰਦੇ ਉਸ ਸਿਰਜਣਹਾਰੇ ਨੇ ਸਾਰੀ ਦੁਨੀਆ ਜਿਹੜੀ ਉਸ ਨੂੰ ਬਣਾਇਆ। ਕਹਿੰਦੇ ਰਵਿਦਾਸ ਵਿਆਪੇ, ਵਿਆਪੇ ਤੋਂ ਭਾਵ ਰਹਿਣਾ, ਨਿਵਾਸ ਕਰਨਾ, ਵਸਣਾ। ਕਹਿੰਦੇ ਰਵਿਦਾਸ ਵਿਆਪੇ ਏਕੋ ਘਟ ਭੀਤਰ, ਸਭ ਕੋ ਏਕੇ ਘੜੇ ਕੁਮਹਾਰਾ। ਕਹਿੰਦੇ ਉਹ ਕੁਮਹਾਰ ਜਿਸ ਤਰ੍ਹਾਂ ਮਿੱਟੀ ਦੇ ਬਰਤਨ ਬਣਾਉਂਦਾ ਨਾ, ਵੱਖਰੀ ਵੱਖਰੀ ਆਪਾਂ ਸ਼ੇਪ ਆਖ ਸਕਦੇ, ਵੱਖਰੇ ਵੱਖਰੇ ਆਪਾਂ ਕਹਿ ਸਕਦੇ ਕਿ ਉਹ ਕਿਸੇ ਹੋਰ ਸ਼ੇਪ ਦੇ ਵਿੱਚ, ਭਾਵ ਉਹ ਮਿੱਟੀ ਅਤੇ ਬਣਾਉਣ ਵਾਲਾ ਜਿਹੜਾ ਮਿੱਟੀ ਇੱਕ ਆ ਅਤੇ ਬਣਾਉਣ ਵਾਲਾ ਉਹ ਕੁਮਹਾਰ ਜਿਹੜਾ ਉਹ ਵੀ ਇੱਕ ਆ। ਮਾਲਕ ਇੱਕ ਆ, ਉਸਨੇ ਇਸ ਦੁਨੀਆ ਜਿਹੜੀ ਉਸ ਦਾ ਆਪਾਂ ਕਹਿ ਲਈਏ ਕਿ ਸਿਰਜਣਾ ਕੀਤੀ। ਇਸ ਕਰਕੇ ਚੰਗੇ ਔਰ ਮੰਦੇ ਦੀ ਗੱਲ ਜਿਹੜੀ ਉਹ ਇਸ ਇਨਸਾਨ ਨੇ ਜਿਹੜੀ ਉਹ ਖੁਦ ਆਪ ਪੈਦਾ ਕੀਤੀ। ਦੂਸਰੀ ਗੱਲ ਜਿਹੜੀ
ਭੈਣ ਜੀ ਆਪਾਂ ਨੂੰ ਇਸ਼ਾਰਾ ਦੇ ਗਏ ਕਿ ਉਹ ਸੱਚ ਦੇ ਧਾਰਨੀ ਹੁੰਦੇ, ਭਾਵ ਉਹ ਇੱਥੇ ਆ ਕੇ ਸੱਚ ਦਾ ਜਿਹੜਾ ਵਪਾਰ ਕਰਦੇ, ਸੱਚ ਦੀ ਸਿੱਖਿਆ ਦਿੰਦੇ। ਇਸੇ ਕਰਕੇ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਅੰਦਰ ਗ੍ਰੰਥ ਲਿਖਿਆ ਸ਼੍ਰੀ ਯੋਗ ਵਿਸ਼ਿਸ਼ਟ ਮਹਾਰਮੈ। ਵੱਖਰੇ ਵੱਖਰੇ ਸਮੇਂ ਤੇ ਆਪਾਂ ਬੇਨਤੀ ਕਰ ਚੁੱਕੇ ਹਾਂ, ਉਸ ਦੇ ਅੰਦਰ ਸਿੱਖਿਆ ਜਿਹੜੀ ਭਗਵਾਨ ਵਾਲਮੀਕ ਜੀ ਦੀ ਆ, ਉਹਨਾਂ ਨੇ ਰਾਮ ਅਤੇ ਵਿਸ਼ਿਸ਼ਟ ਨੂੰ ਜਿਹੜਾ ਦੋ ਪਾਤਰਾਂ ਦੇ ਰੂਪ ਵਿੱਚ ਵਰਤਿਆ ਤੇ ਆਪਣੇ ਮੂਲ ਮੰਤਰ ਦੇ ਵਿੱਚ ਭਗਵਾਨ ਵਾਲਮੀਕ ਜੀ ਨੇ ਜ਼ਿਕਰ ਕੀਤਾ ਉਸ ਸਤ ਚਿੱਤ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਭਗਵਾਨ ਵਾਲਮੀਕ ਜੀ ਉਸ ਸੱਚ ਦੀ ਗੱਲ ਕਰ ਰਿਹਾ ਹੈ ਤੇ ਇਸ ਇਨਸਾਨ ਦੇ ਅੰਦਰ ਜਿਹੜੀ ਆਤਮਾ, ਇਹ ਉਸ ਸੱਚ ਦੀ ਅੰਸ਼ ਦੀ ਗੱਲ ਕਰ ਰਿਹਾ ਹੈ। ਗੁਰੂ ਘਰ ਨੇ ਆਪਣੀ ਬਾਣੀ ਹੀ ਇੱਥੋਂ ਸ਼ੁਰੂ ਕੀਤੀ। ਆਪਾਂ ਆਖ ਸਕਦੇ ਕੋਈ ਨਵੀਂ ਗੱਲ ਨਹੀਂ ਆਪਾਂ ਆਖ ਸਕਦੇ। ਉਸ ਸਚਾਈ ਦਾ ਜ਼ਿਕਰ ਜਿਸ ਦਾ ਵਰਣਨ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਵਿੱਚ ਕੀਤਾ, ਗੁਰੂ ਘਰ ਨੇ ਵਰਣਨ ਕੀਤਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਹਿੰਦੇ ਉਹਨਾਂ ਦੇ ਤਜਰਬੇ ਦੇ ਅੰਦਰ ਇੱਕ ਇਹੋ ਜਿਹੀ ਚੀਜ਼ ਆਈ, ਉਹਨਾਂ ਤੋਂ ਪਹਿਲੋਂ ਵੀ ਸੀ, ਉਹਨਾਂ ਦੇ ਸਮੇਂ ਵਿੱਚ ਵੀ ਸੀ ਤੇ ਅੱਗੇ ਵੀ ਉਸ ਸਚਾਈ ਨੇ ਹੀ ਰਹਿਣਾ। ਆਪਾਂ ਅੱਜ ਦੇ ਇਸ ਵਿਚਾਰਧਾਰਾ ਦੇ ਵਿੱਚ ਗੱਲ ਕਰਾਂਗੇ ਮਨੋਕਲਪਤ ਕਹਾਣੀਆਂ ਦੀ ਗੱਲ। ਭਗਵਾਨ ਵਾਲਮੀਕ ਜੀ ਦੇ ਨਾਂ ਦੇ ਨਾਲ ਇਹ ਕਹਾਣੀਆਂ ਕਿੱਥੋਂ ਆਈਆਂ, ਕਿਸ ਤਰੀਕੇ ਨਾਲ ਆਈਆਂ? ਜਿਸ ਤਰ੍ਹਾਂ ਆਪਾਂ ਮਨੋਕਲਪਤ ਭਾਵ ਮਨ ਦੀਆਂ ਕਲਪੀਆਂ ਹੋਈਆਂ ਕਹਾਣੀਆਂ, ਮਨ ਦੀਆਂ ਬਣਾਈਆਂ ਹੋਈਆਂ ਕਹਾਣੀਆਂ, ਮਨ ਨੇ ਜੋ ਆਖਿਆ ਇਸ ਇਨਸਾਨ ਨੇ ਉਹ ਚੀਜ਼ ਜਿਹੜੀ ਲੋਕਾਂ ਦੇ ਸਾਹਮਣੇ ਰੱਖਣੀ ਸ਼ੁਰੂ ਕਰ ਦਿੱਤੀ ਤੇ ਉਸ ਮਨੋਕਲਪਤ ਕਹਾਣੀਆਂ ਨੂੰ ਹੀ ਆਪਾਂ ਜਿਹੜਾ ਉਹ ਸਾਰ ਵਸਤੂ ਮੰਨ ਕੇ ਬੈਠ ਗਏ ਤੇ ਆਪਣੇ ਅੰਦਰ ਵਖਰੇਵਾਂ ਪੈਦਾ ਕਰਨ ਦੀ ਗੱਲ, ਵੱਖਰਾਪਣ ਪੈਦਾ ਕਰਨ ਦੀ ਗੱਲ ਜਿਹੜੀ ਉਹ ਇਸ ਇਨਸਾਨ ਨੇ ਸ਼ੁਰੂ ਕਰ ਦਿੱਤੀ। ਮੈਂ ਥੋੜੀ ਜਿਹੀ ਬੇਨਤੀ ਕਰਾਂ ਕਿ ਜਿਹੜੇ ਪ੍ਰਮਾਣ ਆਪਾਂ ਵਿਚਾਰ ਕਰਾਂਗੇ ਅੱਜ ਦੇ ਇਸ ਸ਼ਬਦ ਦੇ ਅੰਦਰ, ਇਹ ਜਿਹੜਾ ਗੀਤਾ ਪ੍ਰੈਸ ਗੋਰਖਪੁਰ ਜਿਹੜਾ ਨਾ ਉੱਥੋਂ ਪ੍ਰਿੰਟ ਹੋਇਆ ਲਿਟਰੇਚਰ ਜਿਹੜਾ ਆਪਾਂ ਉਸ ਦੇ ਆਧਾਰ ਤੇ ਗੱਲ ਕਰਾਂਗੇ, ਕਿਉਂਕਿ ਲਿਟਰੇਚਰ ਹੋਰ ਵੀ ਆਪਾਂ ਨੂੰ ਮਿਲਦਾ, ਲੇਕਿਨ ਜਿਹੜਾ ਗੀਤਾ ਪ੍ਰੈਸ ਗੋਰਖਪੁਰ ਤੋਂ ਲਿਖੇ ਹੋਏ ਗ੍ਰੰਥ ਮਿਲਦੇ ਉਹਨਾਂ ਦੇ ਵਿੱਚ ਜਿਹੜੀ ਉਹ ਆਪਾਂ ਜ਼ਿਆਦਾ ਸੱਚਾਈ ਜਿਹੜੀ ਉਹ ਕਹਿ ਸਕਦੇ। ਸਕੰਦ ਪੁਰਾਣ ਇੱਕ ਜਿਹੜਾ ਕਿ 9ਵੀਂ ਜਾਂ 10ਵੀਂ ਸਦੀ ਦੀ ਦੇਣ ਆਪਾਂ ਆਖ ਸਕਦੇ ਜੀ। ਉਸ ਦੇ ਅੰਦਰ ਇੱਕ ਅਵੰਤੀਆ ਖੰਡ ਲਿਖਿਆ ਜਿਸ ਦੇ ਵਿੱਚ ਵਾਰਤਾਲਾਪ ਜਿਹੜੀ ਉਹ ਸਨਤ ਕੁਮਾਰ ਅਤੇ ਵੇਦ ਵਿਆਸ ਜੀ, ਜਿਨ੍ਹਾਂ ਦੇ ਲੜਕੇ ਸੁਖਦੇਵ ਜੀ ਹੋਏ, ਇਹ ਵਾਰਤਾਲਾਪ ਜਿਹੜੀ ਉਹ ਸੰਤ ਕੁਮਾਰ ਅਤੇ ਵੇਦ ਵਿਆਸ ਜੀ ਦੇ ਬਾਰੇ ਦੇ ਵਿੱਚ ਜਿਹੜੀ ਉਹ ਲਿਖੀ ਹੋਈ ਮਿਲਦੀ। ਆਪਾਂ ਥੋੜੀ ਜਿਹੀ ਹੋਰ ਵਿਚਾਰ ਕਰਕੇ ਦੇਖੀਏ ਤੇ ਇਹ ਜਿਹੜੇ ਵੇਦ ਵਿਆਸ ਜੀ ਹੋਏ ਇਹ ਭਗਵਾਨ ਵਾਲਮੀਕ ਜੀ ਤੋਂ ਬਹੁਤ ਸਮਾਂ ਬਾਅਦ ਦੇ ਵਿੱਚ ਹੋਏ, ਲੇਕਿਨ ਇਹ ਗੱਲ ਉਹਨਾਂ ਨੇ ਕਿੱਥੋਂ ਲਈ, ਕਿੱਥੋਂ ਲਿਖ ਦਿੱਤੀ? ਸਕੰਦ ਪੁਰਾਣ ਦੇ ਅੰਦਰ ਜਿਹੜਾ ਕਿ 9ਵੀਂ ਜਾਂ 10ਵੀਂ ਸਦੀ ਵਿੱਚ ਲਿਖਿਆ ਗਿਆ, ਉਸ ਦੇ ਵਿੱਚ ਜ਼ਿਕਰ ਮਿਲਦਾ ਕਿ ਸਮਿਤ ਨਾਂ ਦਾ ਇੱਕ ਭ੍ਰਿਗੂ ਰਿਸ਼ੀ ਹੋਇਆ ਜੀ, ਜਿਹੜਾ ਕਿ ਬ੍ਰਾਹਮਣ ਕੁਲ ਦੇ ਵਿੱਚੋਂ ਸੀ। ਹੁਣ ਇੱਥੇ ਸਕੰਦ ਪੁਰਾਣ ਦੇ ਅੰਦਰ ਜਿਹੜੀ ਕਥਾ ਮਿਲਦੀ, ਉਸ ਦੇ ਵਿੱਚ ਭਗਵਾਨ ਵਾਲਮੀਕ ਜੀ ਦਾ ਜਿਹੜਾ ਸੰਬੰਧ ਕਹਿ ਲਈਏ, ਉਹਨਾਂ ਦਾ ਜਿਸ ਤਰ੍ਹਾਂ ਆਪਾਂ ਘਰਾਣਾ ਕਹਿ ਲਈਏ, ਭ੍ਰਿਗੂ ਰਿਸ਼ੀ ਜਿਹੜੇ ਕਿ ਬ੍ਰਾਹਮਣ ਸਨ ਤੇ ਬ੍ਰਾਹਮਣ ਖਾਨਦਾਨ ਦੇ ਵਿੱਚੋਂ ਸਕੰਦ ਪੁਰਾਣ ਦੇ ਵਿੱਚ ਇਹ ਲਿਖਿਆ ਹੋਇਆ ਮਿਲਦਾ। ਇਸੇ ਤਰ੍ਹਾਂ ਭਗਤਮਾਲਾ ਦੇ ਅੰਦਰ ਦੋ ਪ੍ਰਮਾਣ ਮਿਲਦੇ ਕਿ ਸਤਿਗੁਰੂ ਰਵਿਦਾਸ ਜੀ ਬਾਰੇ ਅਤੇ ਸਤਿਗੁਰੂ ਕਬੀਰ ਸਾਹਿਬ ਜੀ ਬਾਰੇ ਕਿ ਉਹ ਵੀ ਬ੍ਰਾਹਮਣ ਕਲਾਸ ਦੇ ਵਿੱਚੋਂ ਸਨ। ਮੈਂ ਥੋੜੀ ਜਿਹੀ ਬੇਨਤੀ ਕਰਦਿਆਂ ਸੰਗਤ ਦੀ ਜਾਣਕਾਰੀ ਦੇ ਲਈ ਕਿ ਭਗਵਾਨ ਵਾਲਮੀਕ ਜੀ ਜਿਹੜੇ ਉਹ ਬ੍ਰਾਹਮਣ ਨਹੀਂ ਸਨ। ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਅਤੇ ਸਤਿਗੁਰੂ ਕਬੀਰ ਸਾਹਿਬ ਜੀ ਵੀ ਬ੍ਰਾਹਮਣ ਕੁਲ ਦੇ ਨਾਲ ਉਹਨਾਂ ਦਾ ਸੰਬੰਧ ਜਿਹੜਾ ਉਹ ਨਹੀਂ ਸੀ। ਆਪਾਂ ਗੱਲ ਨੂੰ ਅੱਗੇ ਲੈ ਕੇ ਚੱਲਦੇ ਕਿ ਇਹ ਭ੍ਰਿਗੂ ਰਿਸ਼ੀ ਜਿਹੜਾ
ਇਹ ਇੱਕ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਕਿਸੇ ਗ੍ਰਾਂ ਦੇ ਵਿੱਚ ਰਹਿੰਦੇ ਸਨ ਅਤੇ ਇਹਨਾਂ ਦਾ ਜਿਹੜਾ ਲੜਕਾ ਸੀ ਉਹਦਾ ਨਾਂ ਅਗਨ ਸ਼ਰਮਾ ਜਿਹੜਾ ਉਹ ਲਿਖਿਆ ਹੋਇਆ ਮਿਲਦਾ, ਜਿਹੜਾ ਕਿ ਬਾਅਦ ਵਿੱਚ ਵਾਲਮੀਕ ਨਾਂ ਦੇ ਨਾਲ ਜਿਹੜਾ ਉਹ ਜਾਣਿਆ ਗਿਆ। ਕਿਉਂਕਿ ਇਹ ਅਗਨ ਸ਼ਰਮਾ ਜਿਹੜਾ ਇਹ ਆਪਣੇ ਜਿਹੜੇ ਭ੍ਰਿਗੂਵੰਸ਼ੀ ਸਮਿਤ ਨਾਂ ਦੇ ਜਿਹੜੇ ਸਨ ਭ੍ਰਿਗੂਵੰਸ਼ੀ, ਉਹ ਚਾਹੁੰਦੇ ਸਨ ਕਿ ਉਹਨਾਂ ਦਾ ਜਿਹੜਾ ਲੜਕਾ ਉਹ ਵੀ ਉਹਨਾਂ ਵਾਂਗ, ਜਿਸ ਤਰ੍ਹਾਂ ਆਪਾਂ ਆਮ ਤੌਰ ਤੇ ਦੇਖਿਆ ਨਾ ਕਿ ਪਿਤਾ ਪੁਰਖੀ ਕਿੱਤੇ ਦੀ ਗੱਲ, ਕਿ ਜਿਹੜਾ ਕੰਮ ਜਿਹੜਾ ਉਹ ਬਾਪ ਕਰਦਾ ਤੇ ਉਸ ਦੇ ਪਰਿਵਾਰ ਦੇ ਮੈਂਬਰ ਵੀ ਉਹ ਕੰਮ ਜਿਹੜਾ ਉਹ ਕਰਨਾ ਸ਼ੁਰੂ ਕਰਨ। ਆਪਾਂ ਪ੍ਰੀਸਟ ਕਲਾਸ ਦੀ ਗੱਲ ਕਰ ਲੈਂਦੇ, ਉਸ ਦੇ ਅੰਦਰ ਆਪਾਂ ਨੂੰ ਮਿਲਦਾ ਕਿ ਜੇਕਰ ਇੱਕ ਘਰ ਦੇ ਵਿੱਚ ਇੱਕ ਪ੍ਰੀਸਟ ਆ ਨਾ, ਤੇ ਫਿਰ ਉਸ ਦੇ ਜਿਹੜੇ ਬੱਚੇ ਉਹ ਵੀ ਉਸ ਸਮੇਂ ਦੇ ਵਿੱਚ ਪ੍ਰੀਸਟ ਕਲਾਸ ਦੇ ਨਾਲ ਸੰਬੰਧਿਤ ਆਖੇ ਜਾ ਸਕਦੇ। ਇਸੇ ਤਰ੍ਹਾਂ ਇਹ ਜਿਹੜਾ ਸਮਿਤ ਨਾਂ ਦਾ ਭ੍ਰਿਗੂਵੰਸ਼ੀ ਸੀ, ਇਹ ਚਾਹੁੰਦਾ ਸੀ ਕਿ ਅਗਨ ਸ਼ਰਮਾ ਜਿਹੜਾ ਉਸ ਦੇ ਵਾਂਗ ਵੇਦਾਂ ਦੀ ਆਪਾਂ ਕਹਿ ਲਈਏ ਕਥਾ ਕਰੇ, ਪਾਠ ਕਰੇ, ਤੇ ਜਿਸ ਤਰ੍ਹਾਂ ਉਸ ਸਮੇਂ ਦੇ ਅੰਦਰ ਪੂਜਾ ਵਗੈਰਾ ਸੀ ਉਹ ਕਰੇ। ਲੇਕਿਨ ਹੋਇਆ ਕਿ ਸਕੰਦ ਪੁਰਾਣ ਦੀ ਕਥਾ ਦੇ ਅਨੁਸਾਰ ਕਿ ਜਿੱਥੇ ਇਹ ਰਹਿੰਦੇ ਸਨ ਉੱਥੇ ਪੈ ਗਿਆ ਜੀ ਕਾਲ ਕਹਿ ਲਓ, ਔੜ ਲੱਗ ਗਈ, ਤੇ ਇਹਨਾਂ ਨੇ ਉਹ ਪਿੰਡ ਕਹਿ ਲਓ, ਸ਼ਹਿਰ ਕਹਿ ਲਓ, ਗ੍ਰਾਂ ਕਹਿ ਲਓ, ਛੱਡ ਕੇ ਤੇ ਕਿਸੇ ਦੂਰ ਦਰਾਡੇ ਜੰਗਲ ਦੇ ਵਿੱਚ ਚਲੇ ਗਏ। ਤੇ ਉੱਥੇ ਇਹ ਜਿਹੜੇ ਅਗਨ ਸ਼ਰਮਾ ਜੀ ਸਨ, ਇਹਨਾਂ ਦਾ ਸੰਬੰਧ ਕਹਿ ਲਓ, ਇਹਨਾਂ ਦਾ ਲਿੰਕ ਕਹਿ ਲਓ, ਇੱਕ ਡਾਕੂਆਂ ਦਾ ਗਰੋਹ ਕਹਿ ਲਓ, ਡਾਕੂਆਂ ਦਾ ਝੁੰਡ ਕਹਿ ਲਓ, ਉਹਨਾਂ ਦੇ ਨਾਲ ਹੋ ਗਿਆ। ਤੇ ਇਹਨਾਂ ਨੇ ਫਿਰ ਆਪਣਾ ਜਿਹੜਾ ਕਿੱਤਾ ਤੇ ਕੀ ਕਰਨਾ ਸੀ ਪਿਤਾ ਪੁਰਖੀ, ਤੇ ਇਹਨਾਂ ਨੇ ਫਿਰ ਉਹ ਜਿਹੜੇ ਡਾਕੂ ਕੰਮ ਕਰਦੇ ਸਨ ਉਹਨਾਂ ਨੂੰ ਅਪਣਾ ਲਿਆ। ਤੇ ਹੋਇਆ ਕੀ ਜੀ, ਜਿਹੜੇ ਆਉਂਦੇ ਜਾਂਦੇ ਰਾਹ ਦੇ ਵਿੱਚ ਲੋਕ ਸਨ ਉਹਨਾਂ ਨੂੰ ਇਸ ਨੇ ਜਿਹੜਾ ਉਹ ਮਾਰਨਾ ਸ਼ੁਰੂ ਕਰ ਦਿੱਤਾ, ਭਾਵ ਉਹਨਾਂ ਨੂੰ ਇਸ ਨੇ ਲੁੱਟਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਅਗਨ ਸ਼ਰਮਾ ਜਿਹੜਾ ਇਹ ਸੰਤ ਕੁਮਾਰ ਦਾ ਜਿਹੜਾ ਲੜਕਾ ਸਕੰਦ ਪੁਰਾਣ ਦੀ ਕਥਾ ਦੇ ਅਨੁਸਾਰ, ਇਸ ਤੋਂ ਅੱਗੇ ਚੱਲ ਕੇ ਸਕੰਦ ਪੁਰਾਣ ਦੀ ਕਥਾ ਜਿਹੜੀ ਉਸ ਦੇ ਅੰਦਰ ਜ਼ਿਕਰ ਮਿਲਦਾ ਜੀ, ਹੋਇਆ ਕਿ ਕੋਈ 7 ਰਿਸ਼ੀ ਜਿਹੜੇ ਉਹ ਆਏ, ਉਸ ਰਸਤੇ ਉੱਪਰ ਦੀ ਲੰਘਣ ਲੱਗੇ। ਤੇ ਇਹ ਜਿਹੜੇ ਅਗਨ ਸ਼ਰਮਾ ਜੀ ਸਨ, ਕਿਉਂਕਿ ਇਹਨਾਂ ਨੇ ਡਾਕੂਆਂ ਦਾ ਜਿਹੜਾ ਉਹ ਕਿੱਤਾ ਅਪਣਾ ਲਿਆ, ਤੇ ਉਹ ਜਿਹੜੇ ਰਿਸ਼ੀ ਸਨ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਕੱਪੜੇ ਲਾ ਦਿਓ, ਆ ਜਿਹੜੀ ਤੁਹਾਡੀ ਜੁੱਤੀ ਪਾਈ ਇਹ ਵੀ ਲਾ ਦਿਓ, ਤੇ ਆ ਜਿਹੜੀ ਤੁਸੀਂ ਛਤਰੀ ਚੱਕੀ ਹੈਗੀ ਆ ਇਹ ਵੀ ਰੱਖ ਦਿਓ। ਆਪਾਂ ਥੋੜੀ ਜੀ ਇਸ ਦੇ ਬਾਰੇ ਵਿਚਾਰ ਕਰਾਂਗੇ ਕਿ ਉਹ ਜਿਹੜੇ 7 ਰਿਸ਼ੀ ਆ, ਸਕੰਦ ਪੁਰਾਣ ਦੀ ਕਥਾ ਦੇ ਅਨੁਸਾਰ ਇਸ ਦੇ ਵਿੱਚ ਜਿਹੜੇ ਉਹ 7 ਦੇ ਨਾਂ ਆ ਨਾ, ਉਸ ਦੇ ਵਿੱਚ ਭਿੰਨ ਔਰ ਭੇਦ ਆ। ਸਕੰਦ ਪੁਰਾਣ ਵਿੱਚ ਉਹਨਾਂ 7 ਰਿਸ਼ੀਆਂ ਦੇ ਨਾਂ ਜਿਹੜੇ ਉਹ ਹੋਰ, ਤੇ ਮਹਾਭਾਰਤ ਦੇ ਅੰਦਰ ਉਹ ਜਿਹੜੇ 7 ਰਿਸ਼ੀ ਆ ਉਹਨਾਂ ਦੇ ਨਾਂ ਜਿਹੜੇ ਉਹ ਹੋਰ ਮਿਲਦੇ, ਕਿਉਂਕਿ ਦੋਹਾਂ ਗ੍ਰੰਥਾਂ ਦੇ ਵਿੱਚ ਏਕਤਾ ਜਿਹੜੀ ਆਪਾਂ ਕਹਿ ਲਈਏ ਉਹ ਨਹੀਂ ਆਖੀ ਜਾ ਸਕਦੀ। ਇਸ ਕਰਕੇ ਹੋਇਆ ਕਿ ਉਹ ਜਿਹੜੇ 7 ਰਿਸ਼ੀ ਸਨ, ਮੈਂ ਥੋੜੀ ਜਿਹੀ ਸੰਗਤ ਲਈ ਹੋਰ ਬੇਨਤੀ ਕਰਦਿਆਂ ਕਿ ਕਈਆਂ ਨੇ ਉਹਨਾਂ 7 ਰਿਸ਼ੀਆਂ ਨੂੰ ਸੰਤ ਮੰਡਲੀ ਕਹਿ ਦਿੱਤਾ, ਕਈਆਂ ਨੇ ਉਹਨਾਂ ਨੂੰ ਸਾਧੂ ਮੰਡਲੀ ਕਹਿ ਦਿੱਤਾ, ਤੇ ਅੱਜ ਤੱਕ ਵੀ ਕਈ ਸਟੇਜਾਂ ਦੇ ਉੱਪਰ ਅਸੀਂ ਇਹ ਗੱਲ ਸੁਣਦੇ ਹਾਂ ਕਿ ਵੀ ਉਹ 7 ਜਿਹੜੇ ਰਿਸ਼ੀ ਸਨ ਨਾ ਉਹ ਸਾਧੂ ਸਨ। ਅਸਲ ਵਿੱਚ ਗੁਰਬਾਣੀ ਦੇ ਆਸ਼ੇ ਦੇ ਅਨੁਸਾਰ ਉਹਨਾਂ ਦੇ ਵਿੱਚ ਇੱਕ ਵੀ ਜਿਹੜਾ ਉਸ ਨੂੰ ਆਪਾਂ ਸੰਤ ਜਾਂ ਸਾਧੂ ਜਿਹੜਾ ਉਹ ਨਹੀਂ ਆਖ ਸਕਦੇ। ਇਸ ਕਰਕੇ ਸਮੇਂ-ਸਮੇਂ ਦੇ ਉੱਪਰ ਆਪਾਂ ਵਿਚਾਰ ਕਰ ਲਈਏ ਇਹ ਗ੍ਰੰਥ ਕਦੋਂ ਲਿਖੇ, ਗੱਲ ਇਹ ਕਿੱਥੋਂ ਆਈ, ਤੇ ਦੁਨੀਆ ਦੇ ਅੰਦਰ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਪ੍ਰਚਲਿਤ ਹੋਈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਇੱਕ ਛੋਟੀ ਜਿਹੀ ਬ੍ਰੇਕ ਹੋਵੇਗੀ। ਬ੍ਰੇਕ ਤੋਂ ਬਾਅਦ ਵਿੱਚ ਸੰਗਤ ਦੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਹੁਣ ਤੱਕ ਆਪਾਂ ਭਗਵਾਨ ਵਾਲਮੀਕ ਜੀ ਦੀ ਜ਼ਿੰਦਗੀ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ, ਜਿਸ ਵਿੱਚ ਆਪਾਂ ਵਿਚਾਰ ਕੀਤੀ ਕਿ ਉਹ ਮਾਲਕ ਹੀ ਤ੍ਰੇਤਾ ਯੁੱਗ ਵਿੱਚ ਇਨਸਾਨ ਦੇ ਜਾਮੇ ਅੰਦਰ ਆਇਆ, ਜਿਸ ਨੇ ਸਮੁੱਚੀ ਮਾਨਵਤਾ ਨੂੰ ਧਰਮ ਦੇ ਕਿਲਿਆਂ ਦੀਆਂ ਦੀਵਾਰਾਂ ਵਿੱਚੋਂ
ਬਾਹਰ ਨਿਕਲਣ ਦਾ ਉਪਦੇਸ਼ ਦਿੱਤਾ। ਤੋਂ ਪਹਿਲਾਂ ਆਪਾਂ ਵਿਚਾਰ ਕਰ ਰਹੇ ਸੀ ਕਿ ਭਗਵਾਨ ਵਾਲਮੀਕ ਜੀ ਨਾ ਤਾਂ ਰਿਸ਼ੀ ਸਨ ਅਤੇ ਨਾ ਹੀ ਮਹਾਰਿਸ਼ੀ। ਕਿਉਂ ਜੋ ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ ਹਨ, ਆਪਣੇ ਮਨ ਦੀ ਹੱਦ ਤੋਂ ਪਾਰ ਨਹੀਂ ਜਾ ਸਕੇ। ਭਾਈ ਸਾਹਿਬ ਜੀ, ਬਾਣੀ ਦੇ ਆਸ਼ੇ ਅਨੁਸਾਰ ਆਪ ਸੰਗਤ ਨੂੰ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਭੈਣ ਜੀ, ਜਿਸ ਤਰ੍ਹਾਂ ਆਪਾਂ ਭਗਵਾਨ ਵਾਲਮੀਕ ਜੀ ਦੀ ਜ਼ਿੰਦਗੀ ਜਿਹੜੀ ਮਨੋਕਲਪਤ ਕਹਾਣੀਆਂ ਦੇ ਸੰਬੰਧ ਵਿੱਚ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ, ਆਪਾਂ ਜ਼ਿਕਰ ਕਰ ਰਹੇ ਕਿ ਇਹ ਕਥਾ ਜਿਹੜੀ ਭਗਵਤ ਪ੍ਰਾਣ ਜਿਹੜਾ ਗੀਤਾ ਪ੍ਰੈਸ ਗੋਰਖਪੁਰ ਤੋਂ ਲਿਖਿਆ, ਉਸ ਦੇ ਅੰਦਰ ਇਸ ਦਾ ਜ਼ਿਕਰ ਮਿਲੇਗਾ। ਜਿੱਥੋਂ ਕਿ ਆਪਾਂ ਗੱਲ ਨੂੰ ਜਿਹੜਾ ਉਹ ਪਹਿਲੇ ਪਾਠ ਦੇ ਵਿੱਚ ਛੱਡਿਆ ਕਿ ਜਿਸ ਤਰ੍ਹਾਂ ਇਹ 7 ਰਿਸ਼ੀ, ਜਿਨ੍ਹਾਂ ਨੂੰ ਕਈਆਂ ਨੇ ਸੰਤ ਮੰਡਲੀ ਕਹਿ ਦਿੱਤਾ, ਸੰਤ ਕਹਿ ਦਿੱਤਾ, ਅਸਲ ਵਿੱਚ ਗੁਰਬਾਣੀ ਦੀ ਕਸਵੱਟੀ ਦੇ ਅਨੁਸਾਰ ਕਹਿ ਲਓ, ਇਹ ਨਾ ਤੇ ਸੰਤ ਸਨ ਨਾ ਸਾਧੂ ਸਨ, ਆਪਾਂ ਨਹੀਂ ਕਹਿ ਸਕਦੇ। ਇਸ ਕਰਕੇ ਕਿਉਂਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਇਹ 7 ਰਿਸ਼ੀ ਇਹਨਾਂ ਨੂੰ ਜੀ ਮਿਲੇ ਤੇ ਇਹਨਾਂ ਨੇ ਕਿਉਂਕਿ ਪਿਤਾ ਪੁਰਖੀ ਕਿੱਤਾ ਜਿਹੜਾ ਸੀ ਉਸ ਨੂੰ ਨਹੀਂ ਅਪਣਾਇਆ, ਤੇ ਫਿਰ ਹੋਇਆ ਕਿ ਇੱਕ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਅਰਿਤੀ ਰਿਸ਼ੀ, ਜਿਸ ਦਾ ਦੋਹਾਂ ਗ੍ਰੰਥਾਂ ਦੇ ਵਿੱਚ ਇਹਨਾਂ 7 ਰਿਸ਼ੀਆਂ ਦੇ ਅੰਦਰ ਜ਼ਿਕਰ ਜਿਹੜਾ ਉਹ ਮਿਲਦਾ। ਇਹ ਜਿਹੜਾ ਰਿਤੀ ਰਿਸ਼ੀ ਸੀ, ਉਹਨਾਂ 7 ਰਿਸ਼ੀਆਂ ਦੇ ਵਿੱਚੋਂ ਜ਼ਿਆਦਾਤਰ ਵਾਰਤਾਲਾਪ ਜਿਹੜੀ ਭਗਵਾਨ ਵਾਲਮੀਕ ਜੀ ਦੇ ਨਾਲ ਇਸ ਰਿਤੀ ਰਿਸ਼ੀ ਦੀ ਜਿਹੜੀ ਉਹ ਆਪਾਂ ਨੂੰ ਮਿਲੇਗੀ। ਇਸ ਰਿਤੀ ਰਿਸ਼ੀ ਨੇ ਇਹਨਾਂ ਨੂੰ ਆਖਿਆ ਕਿ ਆ ਜਿਹੜਾ ਤੁਸੀਂ ਕਿੱਤਾ ਕਰ ਰਹੇ ਹੋ, ਭਾਵ ਲੋਕਾਂ ਨੂੰ ਮਾਰ ਰਹੇ ਹੋ ਜਾਂ ਲੁੱਟ ਰਹੇ ਹੋ, ਲੇਕਿਨ ਇਸ ਦੇ ਸੰਬੰਧ ਵਿੱਚ ਘਰ ਜਾ ਕੇ ਆਪਣੇ ਪਰਿਵਾਰ ਨੂੰ ਪੁੱਛੋ, ਭਾਵ ਆਪਣੀ ਮਾਤਾ ਨੂੰ ਪੁੱਛੋ ਕਿ ਉਹ ਤੁਹਾਡੇ ਇਸ ਕਰਮ ਦੇ ਪ੍ਰਤੀ ਅਖੀਰ ਦੇ ਸਮੇਂ ਦੇ ਵਿੱਚ ਤੁਹਾਡੇ ਕੋਈ ਸਹਾਈ ਹੋਣਗੇ, ਮਦਦਗਾਰ ਹੋਣਗੇ। ਭਾਵ ਜਦੋਂ ਅਖੀਰਲੇ ਸਮੇਂ ਤੇ ਧਰਮਰਾਜ ਦੀ ਦਰਗਾਹ ਵਿੱਚ ਤੁਹਾਨੂੰ ਇਸ ਪਾਪ ਦਾ ਅਵਜਾਨੇ ਦੇ ਪ੍ਰਤੀ ਪੁੱਛਿਆ ਜਾਵੇਗਾ ਤਾਂ ਕੀ ਉਹ ਤੁਹਾਡੀ ਮਦਦ ਕਰਨ ਵਾਸਤੇ ਤਿਆਰ ਹਨ? ਫਿਰ ਤੁਸੀਂ ਆਪਣੇ ਪਿਤਾ ਨੂੰ ਜਾ ਕੇ ਪੁੱਛੋ, ਆਪਣੇ ਘਰ ਵਾਲੀ ਨੂੰ ਪੁੱਛੋ। ਤੇ ਸਕੰਦ ਪੁਰਾਣ ਦੀ ਕਥਾ ਦੇ ਅਨੁਸਾਰ ਇੱਕ ਇਹਨਾਂ ਦਾ ਲੜਕਾ, ਜਿਸ ਦਾ ਵੀ ਜ਼ਿਕਰ ਜਿਹੜਾ ਸਕੰਦ ਪੁਰਾਣ ਦੇ ਵਿੱਚ ਆਇਆ, ਕਿ ਉਸ ਨੂੰ ਵੀ ਜਾ ਕੇ ਜਿਹੜਾ ਉਹ ਪੁੱਛੋ। ਲੇਕਿਨ ਸੰਗਤ ਦੀ ਜਾਣਕਾਰੀ ਲਈ ਮੈਂ ਥੋੜੀ ਜਿਹੀ ਬੇਨਤੀ ਕਰਦੇ ਹਾਂ, ਇਹਨਾਂ ਦਾ ਵਿਆਹ ਜਿਹੜਾ ਜਿਸ ਦਾ ਨਾਂ ਅਗਨ ਸ਼ਰਮਾ ਸੀ, ਉਸ ਸਮੇਂ ਕਦੋਂ ਹੋਇਆ, ਕਿਹਦੇ ਨਾਲ ਹੋਇਆ, ਇਹਨਾਂ ਦਾ ਲੜਕਾ ਕਦੋਂ ਪੈਦਾ ਹੋਇਆ, ਸਕੰਦ ਪੁਰਾਣ ਜਿਹੜਾ ਉਹ ਇਸ ਬਾਰੇ ਬਿਲਕੁਲ ਜਿਹੜਾ ਉਹ ਚੁੱਪ। ਘਰੋਂ ਵਾਪਸ ਆਏ ਤੇ ਇਸ ਰਿਤੀ ਰਿਸ਼ੀ ਦੇ ਨਾਲ ਜਿਹੜੀ ਗੱਲਬਾਤ ਇਹਨਾਂ ਦੀ ਹੋਈ ਕਿ ਘਰ ਵਾਲਿਆਂ ਨੇ ਕਿਹਾ ਜੀ ਸਾਡਾ ਤੇ ਇਹ ਹੈਗਾ ਕਿ ਬਈ ਅਸੀਂ ਤੇ ਗੁਜ਼ਾਰਾ ਕਰਨਾ, ਜਿੱਥੋਂ ਮਰਜ਼ੀ ਲੈ ਕੇ ਆਓ, ਤੇ ਅਸੀਂ ਤੇਰੇ ਅਖੀਰਲੇ ਸਮੇਂ ਤੇ ਭਾਈਵਾਲ ਜਿਹੜੇ ਉਹ ਨਹੀਂ ਬਣਾਂਗੇ। ਰਿਤੀ ਰਿਸ਼ੀ ਨੇ ਇਹਨਾਂ ਨੂੰ ਦਿੱਤਾ ਜੀ ਉਪਦੇਸ਼ ਸਕੰਦ ਪੁਰਾਣ ਦੀ ਕਥਾ ਦੇ ਅਨੁਸਾਰ। ਕਿਹਾ ਜੀ ਫਿਰ ਤੁਸੀਂ ਇਦਾਂ ਕਰੋ ਕਿ ਇੱਥੇ ਇੱਕ ਦਰਖਤ ਦੇ ਥੱਲੇ ਜਿਹੜਾ ਬਹਿ ਜਾਓ ਤੇ ਰਾਮ ਰਾਮ ਜਿਹੜਾ ਉਸ ਨੂੰ ਕਹਿਣਾ ਸ਼ੁਰੂ ਕਰ ਦਿਓ, ਕਿਉਂਕਿ ਜਿਹੜੇ ਦੂਜੇ ਰਿਸ਼ੀ ਸਨ ਉਹਨਾਂ ਨੇ ਬਾਅਦ ਵਿੱਚ ਇਹਨਾਂ ਨੂੰ ਇਹ ਗੱਲ ਆਖੀ ਕਿ ਇਹ ਜਿਹੜਾ ਤੁਹਾਡੇ ਉਪਦੇਸ਼ ਦੇ ਨਾਲ, ਤੁਹਾਡੀ ਸਿੱਖਿਆ ਦੇ ਨਾਲ ਇਸ ਦੀ ਜ਼ਿੰਦਗੀ ਜਿਹੜੀ ਉਸ ਦੇ ਵਿੱਚ ਪਰਿਵਰਤਨ ਆਇਆ। ਇਸ ਤੋਂ ਬਾਅਦ ਜਿਹੜਾ ਜੀ ਇਹ ਤੁਹਾਡਾ ਸ਼ਿਸ਼ ਹੋਇਆ। ਹਾਸੋਹੀਣੀ ਗੱਲ ਦੀ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਕੋਈ 13 ਸਾਲ ਬਾਅਦ ਜੀ ਉਹ ਰਿਸ਼ੀ ਫਿਰ ਉਸ ਰਸਤੇ ਉੱਪਰ ਦੀ ਆਏ ਤੇ ਇਹ ਕਰ ਰਹੇ ਸਨ ਭਗਤੀ, ਤੇ ਇਹਨਾਂ ਨੂੰ ਭਗਤੀ ਕਰਦਿਆਂ ਇਹਨਾਂ ਦੇ ਉੱਪਰ ਇੱਕ ਵਰਮੀ ਬਣ ਗਈ, ਭਾਵ ਮਿੱਟੀ ਦਾ ਲੱਗ ਗਿਆ ਢੇਰ, ਜਿਸ ਤਰ੍ਹਾਂ ਸੇਕ ਵਗੈਰਾ ਆਪਣੇ ਘਰ ਬਣਾ ਦਿੰਦੀ। ਹਰਿਆਣੇ ਵਿੱਚ ਕੁਝ ਇਹੋ ਜਿਹੇ ਡਿਸਟ੍ਰਿਕਟ ਹੈਗੇ ਜਿਨ੍ਹਾਂ ਵਿੱਚ ਸਿਉਂਕ ਜਿਹੜੀ ਉਹ ਕਾਫੀ ਤੇਜ਼ ਮਾਤਰਾ ਵਿੱਚ ਆਪਾਂ ਨੂੰ ਮਿਲੇਗੀ। ਕਹਿੰਦੇ ਜੀ ਸਿਉਂਕ ਨੇ ਬਣਾਤਾ ਘਰ, ਭਾਵ ਮਿੱਟੀ ਦਾ ਬਣ ਗਿਆ ਘਰ, ਤੇ ਉਥੋਂ ਆਵਾਜ਼ ਆ ਰਹੀ ਸੀ ਤੇ ਉਹ ਜਿਹੜਾ ਰਿਤੀ ਰਿਸ਼ੀ ਸੀ ਉਸਨੇ ਇੱਕ ਲੱਕੜ ਦੀ ਕੀਲੀ ਦੇ ਨਾਲ ਉਸ ਵਰਮੀ ਨੂੰ ਖੋਜਿਆ ਤੇ ਵਿੱਚੋਂ ਫਿਰ ਜੀ ਇਹ ਨਿਕਲ ਆਏ। ਤੇ ਰਿਤੀ ਰਿਸ਼ੀ ਨੇ ਆਖਿਆ
क्योंकि तुसी वर्मी चों पैदा होए हो, उस मिट्टी दे ढेर विचों पैदा होए हो, इस करके अज तो बाद तुहाडा नाम जिहड़ा ਉਹ वाल्मीक रख दिता गया। ਸਕੰਦ ਪੁਰਾਣ ਦੀ ਕਥਾ ਦੇ ਅਨੁਸਾਰ ਇਹਨਾਂ 7 ਰਿਸ਼ੀਆਂ ਦੀ ਜ਼ਿੰਦਗੀ ਅਤੇ ਭਗਵਾਨ ਵਾਲਮੀਕ ਜੀ ਦੇ ਨਾਲ ਇਹ ਕਥਾ ਜਿਹੜੀ 9ਵੀਂ ਜਾਂ 10ਵੀਂ ਸਦੀ ਦੇ ਵਿੱਚ ਜਿਹੜੀ ਉਹ ਜੋੜ ਦਿੱਤੀ ਗਈ। ਇਸ ਤੋਂ ਅੱਗੇ ਚੱਲ ਕੇ ਉਸ ਵਿੱਚ ਕੀ ਲਿਖਿਆ ਮਿਲਦਾ ਜੀ ਕਿ ਇਹ ਉਸ ਤੋਂ ਬਾਅਦ ਆਪਣੇ ਘਰ ਗਏ, ਆਪਣੀ ਕੁਟੀਆ ਦੇ ਵਿੱਚ ਗਏ ਤੇ ਇਹਨਾਂ ਨੂੰ ਕਿਹਾ ਜੀ ਤੁਸੀਂ ਇਦਾਂ ਕਰੋ ਕਿ ਮਹਾਦੇਵ ਜਿਸ ਨੂੰ ਆਪਾਂ ਸ਼ਿਵ ਜੀ ਵੀ ਕਹਿੰਦੇ ਆ ਉਹਨਾਂ ਦਾ ਧਰੋ ਧਿਆਨ। ਇਹਨਾਂ ਨੇ ਉਹਨਾਂ ਦਾ ਧਿਆਨ ਧਰਿਆ ਤੇ ਸ਼ਿਵ ਜੀ ਜਿਹੜੇ ਸਨ ਇਹਨਾਂ ਦੇ ਅੰਦਰ ਹੋ ਗਏ ਪ੍ਰਗਟ ਤੇ ਉਹਨਾਂ ਨੇ ਇਹਨਾਂ ਨੂੰ ਜਿਹੜਾ ਜੀ ਕਵਿਤਾ ਦਾ ਦੇਤਾ ਵਰਦਾਨ। ਅਤੇ ਵਾਲਮੀਕ ਭਰਾ ਅੱਜ ਤੱਕ ਇਹੋ ਹੀ ਮਾਣ ਕਰੀ ਜਾ ਰਿਹਾ ਕਿ ਜੀ ਉਹ ਦੁਨੀਆ ਦਾ ਪਹਿਲਾ ਜਿਹੜਾ ਉਹ ਕਵੀ ਸੀ। ਹਾਸੋਹੀਣੀ ਗੱਲ ਦੀ ਆਪਾਂ ਗੱਲ ਕਰ ਰਹੇ ਨੇ। ਧਿਆਨ ਕਿਸ ਦਾ ਧਰਿਆ, ਵਰ ਕਿਸਨੇ ਦਿੱਤਾ? ਜੇਕਰ ਇੱਕ ਮਨੋਕਲਪਤ ਕਹਾਣੀ ਨਹੀਂ ਤੇ ਫਿਰ ਉਸ ਨੂੰ ਆਪਾਂ ਕੀ ਆਖ ਸਕਦੇ। ਆ ਜਿਹੜੀ ਆਪਾਂ ਅਕਬਰ ਦੇ ਸਮੇਂ ਦੇ ਵਿੱਚ ਤੁਲਸੀਦਾਸ ਜੀ ਹੋਏ ਜੀ, ਉਹਨਾਂ ਨੇ ਇੱਕ ਰਮਾਇਣ ਲਿਖੀ। ਆਮ ਤੌਰ ਤੇ ਇਹੀ ਸੁਣਿਆ ਜਾਂਦਾ ਜੀ ਕਿ ਉਹਨਾਂ ਨੇ ਵਾਲਮੀਕੀ ਰਮਾਇਣ ਨੂੰ ਸਰਲ ਭਾਸ਼ਾ ਦੇ ਵਿੱਚ ਲਿਖ ਦਿੱਤਾ, ਲੇਕਿਨ ਇੱਕ ਗੱਲ ਜਿਹੜੀ ਉਹ ਉਸ ਦੇ ਵਿੱਚ ਲਿਖੀ ਹੋਈ ਆਪਾਂ ਨੂੰ ਮਿਲੇਗੀ ਤੁਲਸੀ ਰਮਾਇਣ ਦੇ ਅੰਦਰ, ਉਲਟਾ ਨਾਮ ਜਪਤ ਜਗ ਜਾਣਾ ਵਾਲਮੀਕ, ਵਾਲ ਨਹੀਂ ਬੱਬੇ ਨਾਲ ਲਿਖਿਆ, ਵਾਲਮੀਕ ਭਏ ਬ੍ਰਹਮ ਸਮਾਨਾ। ਕਹਿੰਦੇ ਜੀ ਆ ਸਾਊਥ ਦੇ ਵਿੱਚ ਅੱਜ ਵੀ ਜਾਂ ਆਪਾਂ ਵੇਖਦੇ ਕਿ ਮੀਡੀਆ ਦੇ ਉੱਪਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਕਿ ਉਸ ਵਿਚਾਰੇ ਨੂੰ ਇੰਨਾ ਵੀ ਨਹੀਂ ਸੀ ਪਤਾ। ਰਿਤੀ ਰਿਸ਼ੀ ਨੇ ਰਾਮ ਰਾਮ ਇਹਨਾਂ ਨੂੰ ਕਹਿਣਾ ਸਿਖਾਇਆ ਜਾਂ ਸਿੱਖਿਆ ਦਿੱਤੀ ਤੇ ਇਹਨਾਂ ਨੇ ਮਰਾ ਮਰਾ ਹੀ ਕਹਿਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਉਲਟਾ ਨਾਮ ਕਰਕੇ ਜਾਣਿਆ ਜਾਂਦਾ। ਕਿਸ ਦੇ ਆਧਾਰ ਤੇ? ਇਸ ਤੁਲਸੀ ਰਮਾਇਣ ਦੇ ਆਧਾਰ ਤੇ ਜਿਹੜੀ ਅਕਬਰ ਦੇ ਸਮੇਂ ਦੇ ਵਿੱਚ ਜਿਹੜੀ ਉਹ ਲਿਖੀ ਗਈ। ਬ੍ਰਹਮ ਸਮਾਨਾਂ ਦੀ ਗੱਲ ਅੱਜ ਤੱਕ ਕਿਸੇ ਨੇ ਸਟੇਜ ਦੇ ਉੱਪਰ ਨਹੀਂ ਕੀਤੀ, ਲੇਕਿਨ ਉਲਟਾ ਨਾਮ ਜਪਣ ਦੀ ਗੱਲ ਜਿਹੜੀ ਉਹ ਆਪਾਂ ਆਮ ਸਟੇਜਾਂ ਦੇ ਉੱਪਰ, ਚਾਹੇ ਉਹ ਸਪੀਕਰ ਕਹਿ ਲਈਏ, ਕਥਾ ਵਾਚਕ ਕਹਿ ਲਈਏ ਜਾਂ ਕਿਸੇ ਹੋਰ ਆਪਾਂ ਲਫ਼ਜ਼ ਦੇ ਨਾਲ ਉਹਨਾਂ ਨੂੰ ਯਾਦ ਕਰ ਲਈਏ, ਉਹਨਾਂ ਨੇ ਇਸ ਚੀਜ਼ ਦਾ ਜ਼ਰੂਰ ਵਰਣਨ ਕੀਤਾ ਕਿ ਵੀ ਉਹਨੂੰ ਵਿਚਾਰੇ ਨੂੰ ਇੰਨਾ ਵੀ ਨਹੀਂ ਸੀ ਪਤਾ, ਉਹ ਰਾਮ ਰਾਮ ਦੀ ਜਗ੍ਹਾ ਜਿਹੜਾ ਉਹ ਮਰਾ ਮਰਾ ਜਿਹੜਾ ਉਹ ਗੱਲ ਜਿਹੜੀ ਉਹ ਕਰ ਗਿਆ। ਆਪਾਂ ਥੋੜੀ ਜੀ ਗੱਲ ਹੋਰ ਕਰਾਂਗੇ ਕਿ ਜਿਸ ਤਰ੍ਹਾਂ ਭਾਰਤੀ ਮਤਾਂ ਦਾ ਮੂਲ ਜਿਸ ਨੂੰ ਆਪਾਂ ਵੇਦ ਕਹਿੰਦੇ, ਵੇਦਾਂਤ ਕਹਿੰਦੇ, ਆਪਾਂ ਗੱਲ ਕਰ ਰਹੇ ਮਨੋਕਲਪਤ ਕਹਾਣੀਆਂ ਦੀ ਗੱਲ। ਜਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਦੇ ਨਾਲ ਇਹ ਮਨੋਕਲਪਤ ਕਹਾਣੀਆਂ ਲਿਖੀਆਂ ਗਈਆਂ, ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਬਾਣੀ ਆ ਨਾ, ਜੇਕਰ ਆਪਾਂ ਉਸ ਦੇ ਸੰਬੰਧੀ ਵੀ ਵਿਚਾਰ ਕਰਕੇ ਦੇਖੀਏ ਤੇ ਸਵਾਏ ਮਨ ਦੀ ਕਲਪਨਾ ਤੋਂ ਆਪਾਂ ਆਖ ਸਕਦੇ ਕਿ ਹੋਰ ਕੁਝ ਵੀ ਨਹੀਂ। ਆ ਜਿਹੜੀ ਲਿਖੀ ਆ ਨਾ ਜੀ, ਜਿਸ ਨੂੰ ਆਪਾਂ ਕਹਿੰਦੇ ਆ ਕਿ ਇਹ ਵਾਲਮੀਕੀ ਰਮਾਇਣ ਆ, ਮੈਨੂੰ ਵੀ ਪੜ੍ਹਨ ਦਾ ਉਸ ਨੂੰ ਮੌਕਾ ਮਿਲਿਆ, ਜਿਹੜੀ ਇਹ ਅੰਮ੍ਰਿਤਸਰ ਚਤਰ ਸਿੰਘ ਜਵਾਹਰ ਸਿੰਘ ਵਾਲਿਆਂ ਨੇ ਪ੍ਰਿੰਟ ਕੀਤੀ ਤੇ ਉਸ ਦੇ ਉੱਪਰ ਵੱਡੇ ਅੱਖਰਾਂ 'ਚ ਲਿਖਿਆ ਕਿ ਅਸਲੀ ਰਮਾਇਣ ਜਿਹੜੀ ਵਾਲਮੀਕ ਦੀ ਉਹ ਇਹੋ ਹੀ ਆ। ਤੇ ਸਾਡੇ ਵੀ ਪੰਜਾਬ ਦੇ ਵਿੱਚ ਆਪਾਂ ਕਹਿ ਲਈਏ ਜਾਂ ਪੰਜਾਬ ਤੋਂ ਬਾਹਰ ਵੀ ਕਹਿ ਲਈਏ, ਕੋਈ 90% ਇਹੋ ਜਿਹੇ ਮੰਦਰ ਹੈਗੇ ਜਿਨ੍ਹਾਂ ਦੇ ਵਿੱਚ ਉਹ ਰਮਾਇਣ ਜਿਹੜੀ ਉਹ ਪੜ੍ਹੀ ਜਾ ਰਹੀ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਮਨੋਕਲਪਤ ਕਹਾਣੀਆਂ ਦੀ ਗੱਲ, ਇਸੇ ਤਰ੍ਹਾਂ ਮਨੋਕਲਪਤ ਕਹਾਣੀਆਂ ਦੇ ਆਧਾਰ ਤੇ ਆਪਾਂ ਕਹਿ ਲਈਏ ਕਿ ਇਹਨਾਂ ਦੀ ਜਿਹੜੀ ਬਾਣੀ ਆ ਨਾ, ਉਸ ਦੇ ਵਿੱਚ ਵੀ ਰਲਾ ਕਰ ਦਿੱਤਾ ਗਿਆ। ਜਿਸ ਤਰ੍ਹਾਂ ਉਸ ਅਗਨ ਸ਼ਰਮਾ ਦੀ ਜ਼ਿੰਦਗੀ ਬਾਰੇ ਮਨੋਕਲਪਤ ਕਹਾਣੀਆਂ ਲਿਖੀਆਂ, ਇਸੇ ਤਰ੍ਹਾਂ ਇਹਨਾਂ ਦੇ ਨਾਂ ਦੇ ਨਾਲ ਇਹ ਰਮਾਇਣ ਜਿਹੜੀ ਆ, ਇਹ ਜਿਹੜੀ ਅੰਮ੍ਰਿਤਸਰ ਤੋਂ ਚਤਰ ਸਿੰਘ ਜਵਾਹਰ ਸਿੰਘ ਨੇ ਪ੍ਰਿੰਟ ਕੀਤੀ, ਇਹਨਾਂ ਦੇ ਨਾਂ ਦੇ ਨਾਲ ਜੋੜ ਦਿੱਤੀ ਗਈ। ਅਸਲ ਵਿੱਚ ਉਹ ਰਮਾਇਣ ਭਗਵਾਨ ਵਾਲਮੀਕ ਦੀ ਨਹੀਂ ਆਖੀ ਜਾ ਸਕਦੀ। ਇਸ ਦੇ ਪ੍ਰਤੀ ਆਪਾਂ ਕਹਿ ਲਈਏ ਕਿ ਵੱਖਰੇ ਵੱਖਰੇ ਵਿਦਵਾਨਾਂ ਦੇ ਵਿੱਚ ਮਤਭੇਦ, ਜਿਸ ਤਰ੍ਹਾਂ ਬਾਲਕਾਂਡ ਤੇ ਉੱਤਰਾਕਾਂਡ ਜਿਹੜਾ ਕੁਝ ਵਿਦਵਾਨ ਜਿਹੜੇ ਉਹਨਾਂ ਨੇ ਆਖਿਆ ਕਿ ਬਈ ਇਹ ਵਾਲਮੀਕ ਦੀ ਦੇਣ ਜਿਹੜੀ ਉਹ ਨਹੀਂ ਆਖੀ ਜਾ ਸਕਦੀ।
ਇੱਥੋਂ ਤੱਕ ਕਿ ਡਾਕਟਰ ਮੰਜਲਾ ਸਹਦੇਵ ਸਾਬਕ ਵਾਲਮੀਕੀ ਚੇਅਰਪਰਸਨ ਅਤੇ ਡਾਕਟਰ ਰਵਿੰਦਰ ਕੌਰ ਸਾਬਕਾ ਵਾਲਮੀਕੀ ਚੇਅਰਪਰਸਨ ਪਟਿਆਲਾ ਦੇ ਅੰਦਰ, ਉਹਨਾਂ ਨੇ ਵੀ ਆਪਣੀਆਂ ਬੁੱਕਾਂ ਦੇ ਅੰਦਰ ਭਗਵਾਨ ਵਾਲਮੀਕੀ ਜੀ ਨੂੰ ਰਿਸ਼ੀ ਜਾਂ ਮਹਾਰਿਸ਼ੀ ਕਰਕੇ ਹੀ ਵਰਣਨ ਕੀਤਾ। ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ, ਜਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਦੇ ਸੰਬੰਧ ਵਿੱਚ, ਉਸੇ ਤਰ੍ਹਾਂ ਇਹਨਾਂ ਦੀ ਬਾਣੀ ਦੇ ਸੰਬੰਧ ਵਿੱਚ ਰਾਮਾਇਣ ਦੇ ਉੱਤਰਕਾਂਡ ਪੰਨਾ 1011 ਇੱਕ ਮਹਾਤਮ ਲਿਖਿਆ ਜੀ, ਤੇ ਉਸ ਦੇ ਅੰਦਰ ਜ਼ਿਕਰ ਮਿਲਦਾ ਕਿ ਇਹ ਪਾਵਨ ਕਥਾ ਅਜੁਰਵੈਦਿਕ ਤੇ ਸੁਭਾਗਸ਼ਾਲੀ ਕਥਾ ਹੈ। ਅਜੁਰਵੈਦਿਕ ਭਾਵ ਵੇਦਾਂ ਦੇ ਤਰ੍ਹਾਂ ਇਹ ਪਿਓਰ ਅਤੇ ਪਵਿੱਤਰ ਜਿਹੜੀ ਉਹ ਕਥਾ, ਇਸ ਕਥਾ ਨੂੰ ਰਾਮਾਇਣ ਦੇ ਅੰਦਰ ਭਗਵਾਨ ਵਾਲਮੀਕੀ ਜੀ ਦੇ ਨਾਂ ਦੇ ਨਾਲ ਜੋੜ ਦਿੱਤਾ ਗਿਆ। ਇਸ ਤੋਂ ਅੱਗੇ ਚੱਲ ਕੇ ਉਸ ਮਹਾਤਮ ਦੇ ਅੰਦਰ ਕੀ ਲਿਖਿਆ, ਇਹ ਗ੍ਰੰਥ ਵੇਦ ਵਾਂਗ ਪੂਜਨੀਏ ਹੈ। ਕਹਿੰਦੇ ਜਿੱਦਾਂ ਵੇਦਾਂ ਦੀ ਪੂਜਾ ਕੀਤੀ ਜਾਂਦੀ, ਵੇਦਾਂ ਦੇ ਮੰਤਰ ਪੜ੍ਹੇ ਜਾਂਦੇ, ਹਵਨ ਕੀਤਾ ਜਾਂਦਾ, ਜਾਂ ਆਪਾਂ ਕਹਿ ਲਈਏ ਕਿ ਹੋਰ ਜਿਹੜੇ ਕਰਮਕਾਂਡ ਵੇਦਾਂ ਦੀ ਪੂਜਾ ਕਰਨ ਸਮੇਂ ਕੀਤੇ ਜਾਂਦੇ, ਇਸੇ ਤਰ੍ਹਾਂ ਜਦੋਂ ਤੁਸੀਂ ਇਸ ਰਾਮਾਇਣ ਨੂੰ ਪੜ੍ਹਦੇ ਹੋ ਤੇ ਫਿਰ ਤੁਹਾਨੂੰ ਉਹ ਕਰਮਕਾਂਡ ਜਿਹੜੇ ਉਹ ਕਰਨੇ ਚਾਹੀਦੇ। ਇਹ ਗ੍ਰੰਥ ਵੇਦ ਵਾਂਗ ਪੂਜਨੀਏ ਹੈ। ਤੀਸਰੀ ਕੜੀ ਦੇ ਵਿੱਚ ਉਹਨਾਂ ਨੇ ਲਿਖਿਆ ਜੀ ਕਿ ਜੋ ਸੰਤਾਨਹੀਨ ਇਸ ਕਥਾ ਨੂੰ ਸੁਣਦੇ ਹਨ, ਉਹਨਾਂ ਦੇ ਸੰਤਾਨ ਜਿਹੜੀ ਉਹ ਪੈਦਾ ਹੋ ਜਾਂਦੀ। ਇਸ ਲਾਈਨ ਨੂੰ ਭਗਵਾਨ ਵਾਲਮੀਕੀ ਜੀ ਦੀ ਬਾਣੀ ਜਿਹੜੀ ਉਸ ਦੇ ਨਾਲ ਰਾਮਾਇਣ ਦੇ ਅੰਦਰ ਜਿਹੜਾ ਉਹ ਜੋੜ ਦਿੱਤਾ ਗਿਆ। ਅੱਗੇ ਚੱਲ ਕੇ ਉਸ ਦੇ ਅੰਦਰ ਕੀ ਲਿਖਿਆ ਕਿ ਜੋ ਨਿਰਧਨ ਪਾਠ ਕਰਦੇ ਹਨ, ਭਾਵ ਇਸ ਰਾਮਾਇਣ ਦਾ ਜੇਕਰ ਕੋਈ ਪਾਠ ਕਰੇਗਾ ਨਾ ਤੇ ਉਹ ਗਰੀਬ ਆ ਤੇ ਫਿਰ ਉਹ ਧਨਵਾਨ ਹੋ ਜਾਏਗਾ, ਭਾਵ ਉਸ ਦੇ ਪਾਸ ਧਨ ਜਿਹੜਾ ਉਹ ਆ ਜਾਏਗਾ। ਇਸ ਨੂੰ ਭਗਵਾਨ ਵਾਲਮੀਕੀ ਜੀ ਦੀ ਰਾਮਾਇਣ ਜਿਹੜਾ ਉਹ ਆਖਿਆ ਗਿਆ। ਅੱਗੇ ਪੰਜਵੀਂ ਕੜੀ ਬੜੀ ਵਿਚਾਰ ਕਰਨ ਵਾਲੀ, ਇਸ ਲਾਈਨ ਨੂੰ ਵੀ ਭਗਵਾਨ ਵਾਲਮੀਕੀ ਜੀ ਦੀ ਬਾਣੀ ਦੇ ਨਾਲ ਜਿਹੜਾ ਉਹ ਜੋੜਿਆ ਗਿਆ ਕਿ ਇਸ ਕਥਾ ਨੂੰ ਵਿਚਾਰਨ ਵਾਲੇ ਨੂੰ, ਭਾਵ ਜਿਹੜਾ ਇਸ ਰਾਮਾਇਣ ਨੂੰ ਪੜ੍ਹ ਕੇ ਸੁਣਾਉਂਦਾ, ਪਿਤਾ ਪੁਰਖੀ ਕਿੱਤਾ ਕਰਦਾ, ਪ੍ਰੀਸਟ ਕਲਾਸ ਦੇ ਵਿੱਚ ਆਇਆ, ਲੋਕਾਂ ਨੂੰ ਉਪਦੇਸ਼ ਦਿੱਤਾ, ਜਾਂ ਜਿਸ ਤਰ੍ਹਾਂ ਆਪਾਂ ਅੱਜ ਕਹਿ ਲਈਏ ਕਿ ਧਾਰਮਿਕ ਸਥਾਨਾਂ ਦੇ ਉੱਪਰ ਆਪਾਂ ਉਸ ਚੀਜ਼ ਨੂੰ ਵੇਖ ਰਹੇ ਹਾਂ, ਉਸ ਚੀਜ਼ ਨੂੰ ਇਸ ਦੇ ਵਿੱਚ ਲਿਖਿਆ ਕਿ ਇਸ ਕਥਾ ਨੂੰ ਵਿਚਾਰਨ ਵਾਲੇ ਨੂੰ ਕੱਪੜੇ, ਕਹਿੰਦੇ ਜੀ ਕੱਪੜੇ ਦੇਣੇ ਚਾਹੀਦੇ, ਭਾਵ ਕਿ ਬਸਤਰ ਜਿਹਨਾਂ ਨੂੰ ਆਪਾਂ ਕਹਿੰਦੇ ਆ ਨਾ, ਆਪਾਂ ਵੀ ਕਰਦੇ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਦੇਣੇ ਚਾਹੀਦੇ। ਅੱਗੇ ਜਾ ਕੇ ਲਿਖਿਆ ਜੀ ਸੋਨਾ ਤੇ ਗਊਆਂ ਦਾ ਦਾਨ ਦੇਣਾ ਚਾਹੀਦਾ। ਹੁਣ ਇਹ ਸੋਨਾ ਤੇ ਗਊਆਂ ਦੇ ਦਾਨ ਦੀ ਗੱਲ ਜਿਹੜੀ ਕਿੱਥੋਂ ਆਈ? ਵੇਦਾਂ ਦੇ ਅੰਦਰੋਂ ਆਪਾਂ ਨੂੰ ਇਹ ਚੀਜ਼ ਮਿਲੇਗੀ। ਹੋਰ ਜਿਹੜੇ ਵਿਦਾਂਤ ਸ਼ਾਸਤਰ ਆ ਉਹਨਾਂ ਦੇ ਅੰਦਰ ਇਹ ਚੀਜ਼ ਜਿਹੜੀ ਉਹ ਲਿਖੀ ਹੋਈ ਮਿਲੇਗੀ। ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ, ਮੈਂ ਥੋੜੀ ਜਿਹੀ ਹੋਰ ਬੇਨਤੀ ਕਰਾਂ ਕਿ ਇਹ ਰਾਮਾਇਣ ਜਿਹੜੀ ਭਗਵਾਨ ਵਾਲਮੀਕੀ ਜੀ ਦੀ ਬਾਣੀ ਜਿਹੜੀ ਉਸ ਦੇ ਨਾਲ ਮੈਚ ਜਿਹੜੀ ਉਹ ਨਹੀਂ ਕਰੇਗੀ। ਮਹਾਰਾਮਾਇਣ ਜਿਸ ਨੂੰ ਆਪਾਂ ਕਹਿੰਦੇ, ਮੋਖ ਪ੍ਰਕਰਨ ਸਰਗ 16 ਦੇ ਵਿੱਚ ਭਗਵਾਨ ਵਾਲਮੀਕੀ ਜੀ ਨੇ ਫਰਮਾਇਆ, ਜਿਤਨੇ ਦਾਨ ਅਤੇ ਤੀਰਥਾਂ ਦੇ ਸਾਧਨ ਹਨ, ਉਹਨਾਂ ਨਾਲ ਆਤਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਇੱਕ ਪਾਸੇ ਭਗਵਾਨ ਵਾਲਮੀਕੀ ਜੀ ਰਾਮਾਇਣ ਵਿੱਚ ਆ ਗੱਲ ਕਰ ਗਏ ਕਿ ਜੀ ਇਸ ਕਥਾ ਨੂੰ ਵਿਚਾਰਨ ਵਾਲੇ ਨੂੰ ਸੋਨਾ ਦਾਨ ਦੇਣਾ ਚਾਹੀਦਾ, ਕੱਪੜੇ ਦਾਨ ਦੇਣੇ ਚਾਹੀਦੇ ਤੇ ਗਊਆਂ ਜਿਹੜੀਆਂ ਉਹ ਦਾਨ ਦੇਣੀਆਂ ਚਾਹੀਦੀਆਂ। ਹੋਰ ਵੀ ਕਈ ਜਗ੍ਹਾ ਤੇ ਉਸ ਰਾਮਾਇਣ ਦੇ ਅੰਦਰ ਇਹੋ ਜਿਹੇ ਕਾਂਡ ਜਿਹੜੇ ਉਹ ਆਪਾਂ ਨੂੰ ਮਿਲਣਗੇ। ਦੂਸਰੇ ਪਾਸੇ ਭਗਵਾਨ ਵਾਲਮੀਕੀ ਜੀ ਆ ਗੱਲ ਕਰ ਰਹੇ ਕਿ ਆਤਮ ਪਦ ਦੀ ਪ੍ਰਾਪਤੀ ਦਾਨ ਕਰਨ ਦੇ ਨਾਲ, ਜਾਂ ਤੀਰਥਾਂ ਦੇ ਇੱਕ ਸਾਧਨ, ਤੀਰਥਾਂ ਦੇ ਉੱਪਰ ਜੋ ਕੁਝ ਹੋ ਰਿਹਾ, ਇਸ਼ਨਾਨ ਕਰਨ ਦੀ ਗੱਲ ਕਰ ਰਹੀ ਹੈ, ਜਾਂ ਹੋਰ ਤਰ੍ਹਾਂ ਦੇ ਕਰਮ ਕਰਨ ਦੇ ਨਾਲ ਉਹ ਜਿਹੜਾ ਆਪਾਂ ਨੂੰ ਆਤਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਵਾਲ ਪੈਦਾ ਹੁੰਦਾ ਕਿਉਂ ਨਹੀਂ ਹੋ ਸਕਦੀ? ਭਗਵਾਨ ਵਾਲਮੀਕੀ ਜੀ ਨੇ ਆਪਣੀ ਬਾਣੀ ਦੇ ਅੰਦਰ ਸਪਸ਼ਟ ਫੈਸਲਾ ਦਿੱਤਾ ਕਿ ਸੰਤ ਜਨ ਸੰਸਾਰ ਰੂਪੀ ਸਮੁੰਦਰ ਨੂੰ ਤਰਨ ਵਾਸਤੇ ਇੱਕ ਪੁੱਲ ਦੇ ਸਮਾਨ ਹਨ। ਕਹਿੰਦੇ ਜੇਕਰ ਆਪਾਂ ਇਸ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰਨਾ, ਉਸ ਪੁੱਲ ਨੂੰ ਪਾਰ ਕਰਨਾ, ਤੇ ਫਿਰ ਜ਼ਰੂਰੀ ਚੀਜ਼ ਆ ਕਿ ਜੋ ਭਗਵਾਨ ਵਾਲਮੀਕੀ ਜੀ ਨੇ ਬਾਣੀ ਦੇ ਅੰਦਰ ਲਿਖਿਆ, ਆਪਾਂ ਨੂੰ ਉਸ ਦੇ ਅਨੁਸਾਰ ਵਿਚਾਰ ਕਰਨੀ ਪਵੇਗੀ। ਆਪਾਂ ਵਿਚਾਰ ਕਰ ਰਹੇ
ਮਨੋ ਕਲਪਤ ਕਹਾਣੀਆਂ ਦੀ ਗੱਲ ਉਹਨਾਂ ਦੀ ਜ਼ਿੰਦਗੀ ਦੇ ਨਾਲ, ਉਹਨਾਂ ਦੀ ਬਾਣੀ ਦੇ ਨਾਲ, ਤੇ ਅੱਜ ਤੱਕ ਜਿੰਨੇ ਵੀ ਇਸ ਦੁਨੀਆ ਦੇ ਅੰਦਰ ਆਪਾਂ ਕਹਿ ਲਈਏ ਕਿ ਸਪੀਕਰ ਆਏ ਜਾਂ ਜਿਨ੍ਹਾਂ ਨੇ ਸਟੇਜ ਦੇ ਉੱਪਰ ਗੱਲ ਕੀਤੀ, ਕਦੇ ਉਹਨਾਂ ਨੇ ਭਗਵਾਨ ਵਾਲਮੀਕ ਜੀ ਨੂੰ ਉਹ ਅਵਸਥਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਬਾਣੀ ਦੇ ਅਨੁਸਾਰ ਜਿਹੜੀ ਉਹਨਾਂ ਨੂੰ ਦੇਣੀ ਚਾਹੀਦੀ। ਜਿਸ ਤਰ੍ਹਾਂ ਭੈਣ ਜੀ ਜ਼ਿਕਰ ਕਰ ਗਏ ਥੋੜਾ ਜਿਹਾ ਕਿ ਇਹ ਰਿਸ਼ੀ ਜਾਂ ਮਹਾਰਿਸ਼ੀਆਂ ਦੀ ਗੱਲ, ਆਪਾਂ ਵਿਚਾਰ ਕਰਾਂਗੇ ਕਿ ਭਗਵਾਨ ਵਾਲਮੀਕ ਜੀ ਨੂੰ ਆਪਾਂ ਰਿਸ਼ੀ ਜਾਂ ਮਹਾਰਿਸ਼ੀ ਜਿਹੜਾ ਉਹ ਕਿਉਂ ਨਹੀਂ ਆਖ ਸਕਦੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ, ਬਾਣੀ ਜਿਹੜੀ ਆ ਉਹ ਇੱਕ ਕਸਵੱਟੀ ਦਾ ਕੰਮ ਕਰੇਗੀ। ਕਸਵੱਟੀ ਉਸ ਚੀਜ਼ ਨੂੰ ਕਹਿੰਦੇ ਜਿਹੜੀ ਸੁਨਿਆਰਿਆਂ ਦੇ ਕੋਲ ਹੁੰਦੀ, ਤੇ ਸੁਨਿਆਰੇ ਉਸ ਸੋਨੇ ਨੂੰ ਲਾ ਕੇ ਦੱਸ ਦਿੰਦੇ ਕਿ ਬਈ ਇਹ ਸੋਨਾ 18 ਕੈਰਟ ਦਾ, 20 ਕੈਰਟ ਦਾ ਜਾਂ ਇਸ ਤੋਂ ਘਟਿਆ, ਤੇ ਜਾਂ ਫਿਰ ਕੋਈ ਮੇਰੇ ਵਰਗਾ ਇਨਸਾਨ ਆਪਣੇ ਘਰ ਵਿੱਚ ਪਿੱਤਲ ਹੀ ਲੈ ਕੇ ਬੈਠਾ ਤੇ ਉਹਨੂੰ ਸੋਨਾ ਕਹੀ ਜਾਵੇ, ਲੇਕਿਨ ਦੁਨੀਆ ਦੀ ਮਾਰਕੀਟ ਦੇ ਵਿੱਚ ਉਹ ਸੋਨਾ ਨਹੀਂ ਵਿਕ ਸਕੇਗਾ। ਆਪਾਂ ਵਿਚਾਰ ਕਰ ਰਹੇ ਭਗਵਾਨ ਵਾਲਮੀਕ ਜੀ ਦੀ ਬਾਣੀ ਦੀ ਕਸਵੱਟੀ ਜਿਹੜੀ ਬਾਣੀ ਦੇ ਅਨੁਸਾਰ ਆਪਾਂ ਲਾਵਾਂਗੇ ਕਿ ਉਹ ਰਿਸ਼ੀ ਜਾਂ ਮਹਾਰਿਸ਼ੀ ਜਿਹੜੇ ਉਹ ਕਿਉਂ ਨਹੀਂ ਸਨ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਇੱਕ ਕੜੀ ਲਿਖੀ ਜੀ, ਕਹਿੰਦੇ ਕਾਮੀ ਕ੍ਰੋਧੀ ਲਾਲਚੀ ਇਨ ਸੇ ਭਗਤ ਨਾ ਹੋਏ। ਕਹਿੰਦੇ ਜਿਸ ਦੇ ਅੰਦਰ ਇਹ ਤਿੰਨ ਅਵਗੁਣ ਆ, ਕਹਿੰਦੇ ਪਹਿਲੀ ਚੀਜ਼ ਕਿ ਉਹ ਕਾਮੀ ਆ, ਸਰੀਰਕ ਸੰਬੰਧ ਦੀ ਗੱਲ ਨਹੀਂ, ਕਹਿੰਦੇ ਜਿਸ ਇਨਸਾਨ ਦੀ ਵਿਚਾਰਧਾਰਾ ਦੇ ਅੰਦਰ ਗੰਦਗੀ ਆ ਨਾ, ਉਹ ਇਨਸਾਨ ਉਸ ਪਿਓਰ ਚੀਜ਼ ਦੇ ਵਿੱਚ ਜਿਹੜਾ ਉਹ ਨਹੀਂ ਸਮਾ ਸਕੇਗਾ। ਉਦੋਂ ਸਮਾਵੇਗਾ ਜਦੋਂ ਆਪਣੇ ਅੰਦਰ ਉਹ ਗੁਣ ਜਿਹੜੇ ਉਹ ਪੈਦਾ ਕਰ ਲਵੇਗਾ। ਕਾਮੀ ਕ੍ਰੋਧੀ ਲਾਲਚੀ ਇਨ ਸੇ ਭਗਤ ਨਾ ਹੋਏ, ਭਗਤੀ ਕਰੇ ਕੋਈ ਸੂਰਮਾ ਜਾਤ ਵਰਨ ਕੁਲ ਖੋਏ। ਆਪਾਂ ਵਿਚਾਰ ਕਰ ਰਹੇ ਰਿਸ਼ੀਆਂ ਦੇ ਸੰਬੰਧ ਦੇ ਵਿੱਚ ਜਾਂ ਮਹਾਰਿਸ਼ੀਆਂ ਦੇ ਸੰਬੰਧ ਦੇ ਵਿੱਚ ਗੁਰਬਾਣੀ ਜਿਹੜੀ ਉਹ ਆਪਾਂ ਨੂੰ ਕੀ ਇਸ਼ਾਰਾ ਦੇਵੇਗੀ। ਆ ਜੈਮਨੀ ਰਿਸ਼ੀ ਜੀ ਇੱਕ ਹੋਏ ਜੀ, ਕਿਉਂਕਿ ਆਪਾਂ ਥੋੜੀ ਜਿਹੀ ਜਿਹੜੀ ਉਹ ਵਿਚਾਰ ਕਰਾਂਗੇ ਇਹਨਾਂ ਦੇ ਬਾਰੇ ਦੇ ਵਿੱਚ ਕਿ ਉਹ ਜਿਹੜੇ 7 ਰਿਸ਼ੀ ਸਨ, ਕਿ ਉਹ ਗੁਰਬਾਣੀ ਦੀ ਕਸਵੱਟੀ ਦੇ ਅਨੁਸਾਰ ਇਸ ਤੋਂ ਉੱਪਰ ਜਾ ਚੁੱਕੇ ਸਨ, ਜਿਹੜੀ ਗੱਲ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਵਰਣਨ ਕੀਤੀ। ਕਾਮੀ ਕ੍ਰੋਧੀ ਲਾਲਚੀ। ਆਪਾਂ ਜੈਮਨੀ ਰਿਸ਼ੀ ਦੀ ਗੱਲ ਕਰ ਲੈਨੇ। ਦੱਸਦੇ ਆ ਜੀ ਕਿ ਜਿਹੜੇ ਇਹ ਜੈਮਨੀ ਰਿਸ਼ੀ ਜੀ ਹੋਏ, ਇਹਨਾਂ ਨੇ ਇੱਕ ਗ੍ਰੰਥ ਲਿਖਿਆ ਨਿਆਏ ਸ਼ਾਸਤਰ, ਤੇ ਜਿਸ ਦੇ ਵਿੱਚ ਇੱਕ ਕੜੀ ਲਿਖ ਦਿੱਤੀ ਜੀ ਕਿ ਜਿਸ ਇਨਸਾਨ ਨੂੰ ਗਿਆਨ ਪ੍ਰਾਪਤ ਹੋ ਜਾਂਦਾ, ਜਿਸ ਇਨਸਾਨ ਨੂੰ ਗਿਆਨ ਪ੍ਰਾਪਤ ਹੋ ਜਾਂਦਾ, ਉਹ ਆਪਣੇ ਮਨ ਨੂੰ ਜਿਹੜਾ ਉਹ ਜਿੱਤ ਜਾਂਦਾ। ਤੇ ਇਹਨਾਂ ਨੇ ਉਹ ਨਿਆਏ ਸ਼ਾਸਤਰ ਗ੍ਰੰਥ ਲਿਖ ਕੇ ਵੇਦ ਵਿਆਸ ਜੀ ਜਿਹੜੇ ਸਨ ਉਹਨਾਂ ਨੂੰ ਦਿੱਤਾ, ਤੇ ਵੇਦ ਵਿਆਸ ਜੀ ਨੇ ਆਖਿਆ ਕਿ ਜੈਮਨੀ ਰਿਸ਼ੀ ਜੀ ਆ ਜਿਹੜੀ ਤੁਸੀਂ ਕੜੀ ਲਿਖੀ ਆ ਨਾ, ਆਪਾਂ ਗੱਲ ਉੱਥੇ ਲੈ ਕੇ ਆਵਾਂਗੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਨੁਸਾਰ ਕਿ ਉਹ 7 ਰਿਸ਼ੀ ਜਿਹੜੇ ਉਹ ਪੂਰਨ ਨਹੀਂ ਸਨ। ਇਹਨਾਂ ਨੂੰ ਆਖਿਆ ਕਿ ਆ ਜਿਹੜੀ ਤੁਸੀਂ ਕੜੀ ਲਿਖੀ ਇਸ ਨੂੰ ਗ੍ਰੰਥ ਦੇ ਵਿੱਚੋਂ ਬਾਹਰ ਕੱਢ ਦਿਓ, ਲੇਕਿਨ ਜੈਮਨੀ ਰਿਸ਼ੀ ਨਹੀਂ ਮੰਨੇ। ਵੇਦ ਵਿਆਸ ਜੀ ਨੇ ਇੱਕ ਨਾਟਕ ਰਚਿਆ, ਇੱਕ ਡਰਾਮਾ ਰਚਿਆ, ਜਿੱਥੇ ਇਹਨਾਂ ਦੀ ਕੁਟੀਆ ਸੀ ਜੈਮਨੀ ਰਿਸ਼ੀ ਦੀ। ਰਾਤ ਦੇ ਸਮੇਂ ਦੇ ਵਿੱਚ ਇੱਕ ਔਰਤ ਨੂੰ ਪ੍ਰਗਟ ਕੀਤਾ ਤੇ ਉਸਨੇ ਜੈਮਨੀ ਰਿਸ਼ੀ ਨੂੰ ਆਖਿਆ ਕਿ ਮੈਂ ਜੰਗਲ ਵਿੱਚ ਆ, ਆਪਣਾ ਰਸਤਾ ਜਿਹੜਾ ਉਹ ਭੁੱਲ ਗਈ ਆ ਤੇ ਮੈਂ ਰਾਤ ਕੱਟਣੀ ਚਾਹੁੰਦੀ, ਕਿਉਂਕਿ ਜੈਮਨੀ ਰਿਸ਼ੀ ਜੀ ਨੂੰ ਮਾਣ ਸੀ ਕਿ ਜਿਹੜਾ ਇਨਸਾਨ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਉਹ ਆਪਣੇ ਮਨ ਨੂੰ ਜਿਹੜਾ ਉਹ ਜਿੱਤ ਜਾਂਦਾ। ਲੇਕਿਨ ਇਹ ਇੱਕ ਮਾਇਆ ਦਾ ਧੋਖਾ ਕਹਿ ਲਓ, ਠੱਗੀ ਕਹਿ ਲਓ, ਛਲਾਵਾ ਕਹਿ ਲਓ। ਔਰਤ ਨੂੰ ਪ੍ਰਗਟ ਕੀਤਾ, ਉਸਨੇ ਜੈਮਨੀ ਰਿਸ਼ੀ ਨਾਲ ਵਾਰਤਾਲਾਪ ਕੀਤੀ। ਜੈਮਨੀ ਰਿਸ਼ੀ ਨੇ ਉਹਨਾਂ ਨੂੰ ਕਿਹਾ ਠੀਕ ਆ ਤੁਸੀਂ ਰਾਤ ਰਹਿ ਸਕਦੇ ਹੋ, ਲੇਕਿਨ ਮੈਂ ਬਾਹਰ ਹੋਵਾਂਗਾ। ਲੇਕਿਨ ਹੋਇਆ ਕਿ ਅੱਧੀ ਰਾਤ ਤੋਂ ਬਾਅਦ ਜਿਹੜੀ ਪ੍ਰਗਟ ਕੀਤੀ ਔਰਤ, ਉਸਨੇ ਵੇਦਾਂ ਦੀਆਂ ਆਇਤਾਂ ਜਿਹੜੀਆਂ ਸੁਰੀਲੀ ਆਵਾਜ਼ ਵਿੱਚ ਗਾਉਣੀਆਂ ਸ਼ੁਰੂ ਕੀਤੀਆਂ ਤੇ ਜੈਮਨੀ ਰਿਸ਼ੀ ਜੀ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ। ਡੋਰ ਕੀਤੀ, ਕਿਉਂਕਿ ਜੈਮਨੀ ਰਿਸ਼ੀ ਨੇ ਪਹਿਲਾਂ ਉਹਨਾਂ ਨੂੰ ਕਿਹਾ ਸੀ ਰਾਤ ਦੇ ਸਮੇਂ ਦੇ ਵਿੱਚ ਕੋਈ ਦਰਵਾਜ਼ਾ ਖੜਕਾਵੇ ਤੇ ਦਰਵਾਜ਼ਾ ਨਹੀਂ ਖੋਲ੍ਹਣਾ।
उस औरत ने की आख्या, कहने लगी जैमिनी ऋषि ने आख्या कि भी रात के समय दरवाजा नहीं खोलना, इस करके मैं दरवाजा नहीं खोलांगी। जैमिनी ऋषि कहने लगे मैं ही जैमिनी ऋषि हाँ। होया कि उन्होंने जिस तरह ਆਪਾਂ ਲੋਫਟ ਆ ਨਾ ਘਰਾਂ ਦੇ ਵਿੱਚ, ਇੱਥੇ ਥੱਲੇ ਆ, ਵੈਸੇ ਆਪਾਂ ਅੱਜ ਵੀ ਦੇਖ ਸਕਦੇ ਪਿੰਡਾਂ ਦੇ ਵਿੱਚ ਜਿਸ ਨੂੰ ਮੋਹ ਕਹਿੰਦੇ, ਉਸ ਦੇ ਵਿੱਚ ਦੀ ਐਂਟਰ ਹੋਏ ਜੈਮਨੀ ਰਿਸ਼ੀ ਜੀ, ਲੇਕਿਨ ਉਹ ਥੱਲੇ ਜਾ ਨਹੀਂ ਸਕੇ ਕਿਉਂਕਿ ਉਸ ਮੋਹ ਦੇ ਵਿੱਚ ਫਸ ਗਏ। ਸਵੇਰ ਹੋ ਗਈ, ਵੇਦ ਵਿਆਸ ਜੀ ਆ ਗਏ ਤੇ ਕਹਿਣ ਲੱਗੇ ਜੈਮਨੀ ਰਿਸ਼ੀ ਜੀ ਤੁਸੀਂ ਆਪਣੇ ਗ੍ਰੰਥ ਦੇ ਵਿੱਚ ਲਿਖਿਆ ਸੀ ਜਿਸ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਉਹ ਆਪਣੇ ਮਨ ਨੂੰ ਜਿੱਤ ਜਾਂਦਾ, ਥੱਲੇ ਤੇ ਹੈ ਹੀ ਕੁਛ ਨਹੀਂ, ਉਹ ਤੇ ਇੱਕ ਮਾਇਆ ਦਾ ਖੇਡ ਸੀ। ਤੇ ਜੈਮਨੀ ਰਿਸ਼ੀ ਜੀ ਜਿਹੜੇ ਉਹ ਉਸ ਸਮੇਂ ਝੂਠੇ ਪੈ ਗਏ। ਆਪਾਂ ਇੱਕ ਰਿਸ਼ੀ ਦੀ ਗੱਲ ਜਿਹੜੀ ਉਹ ਕੀਤੀ, ਪਰਾਸ਼ਰ ਰਿਸ਼ੀ ਦੀ ਆਪਾਂ ਗੱਲ ਕਰ ਲੈਣੇ। ਮਸ਼ੋਦਰੀ ਦੇ ਹੱਥੋਂ ਜਿਹੜੇ ਉਹ ਮਾਰੇ ਗਏ। ਸ੍ਰਿੰਗੀ ਰਿਸ਼ੀ ਦੀ ਆਪਾਂ ਗੱਲ ਕਰ ਲੈਣੇ। ਪੱਤਿਆਂ ਨੂੰ ਚੱਟ ਕੇ ਗੁਜ਼ਾਰਾ ਕਰਨ ਵਾਲੇ ਇਹ ਸਨ, ਲੇਕਿਨ ਆਪਣੇ ਆਪ ਨੂੰ ਮਨ ਦੇ ਵਿਕਾਰਾਂ ਤੋਂ ਨਹੀਂ ਬਚਾ ਸਕੇ। ਗੌਤਮ ਰਿਸ਼ੀ ਦੀ ਨੇ ਆਪਣੀ ਪਤਨੀ ਨੂੰ ਜਿਹੜਾ ਉਹ ਸ਼ਰਾਪ ਦੇ ਦਿੱਤਾ। ਇਸੇ ਤਰ੍ਹਾਂ ਬ੍ਰਹਮਾ ਜੀ ਜਿਨ੍ਹਾਂ ਨੂੰ ਵੇਦਾਂ ਦੇ ਅੰਦਰ ਸਭ ਤੋਂ ਪ੍ਰਮੁੱਖ ਮੰਨਿਆ ਜਾਂਦਾ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਸਵੱਟੀ ਦੇ ਅਨੁਸਾਰ ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚੰਦ। ਆਪਾਂ ਸ਼ਿਵ ਜੀ ਦੀ ਗੱਲ ਕਰ ਲੈਂਦੇ। ਮੋਹਣੀ ਦੇਵੀ ਦਾ ਜ਼ਿਕਰ ਇਸੇ ਗ੍ਰੰਥ ਵਿੱਚ ਮਿਲੇਗਾ ਸਕੰਦ ਪੁਰਾਣ ਦੇ ਵਿੱਚ, ਤੇ ਇੱਕ ਹੋਰ ਗ੍ਰੰਥ ਜਿਹੜਾ ਉਸ ਦੇ ਅੰਦਰ ਵੀ ਇਸ ਮੋਹਣੀ ਦੇਵੀ ਜਿਹੜੇ ਉਸ ਦਾ ਜ਼ਿਕਰ ਜਿਹੜਾ ਮਿਲੇਗਾ। ਸਵਰਗਾਂ ਦੇ ਰਾਜੇ ਇੰਦਰ ਦੀ ਆਪਾਂ ਗੱਲ ਕਰ ਲੈਂਦੇ। ਨਾਥ ਸੰਪਰਦਾ ਦੇ ਜਨਮਦਾਤਾ ਮਛੰਦਰ ਨਾਥ ਜਿਨ੍ਹਾਂ ਨੇ ਇੱਕ ਨਿਰਤਕਾਰੀ ਨੂੰ ਨਿਰਤ ਕਰਦੇ ਹੋਏ ਡਾਂਸ ਕਰਦੇ ਹੋਏ ਵੇਖਿਆ ਤੇ ਆਪਣੇ ਆਪ ਨੂੰ ਇਹਨਾਂ ਵਿਕਾਰਾਂ ਤੋਂ ਜਿਹੜਾ ਨਹੀਂ ਬਚਾ ਸਕੇ। ਦਰਵਾਸ਼ਾ ਰਿਸ਼ੀ ਜਿਸ ਦਾ ਕ੍ਰਿਸ਼ਨ ਭਗਵਾਨ ਜੀ ਆਦਰ ਕਰਦੇ ਸਨ, ਉਹ ਵੀ ਕ੍ਰੋਧ ਦੇ ਹੱਥੋਂ ਜਿਹੜੇ ਉਹ ਮਰੇ ਗਏ। ਇਸ ਕਰਕੇ ਜਿਸ ਤਰ੍ਹਾਂ ਭੈਣ ਜੀ ਨੇ ਜ਼ਿਕਰ ਕੀਤਾ, ਬਾਣੀ ਦੇ ਆਸ਼ੇ ਦੇ ਅਨੁਸਾਰ, ਬਾਣੀ ਦੀ ਕਸਵੱਟੀ ਦੇ ਅਨੁਸਾਰ ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ ਆਪਣੇ ਆਪ ਨੂੰ ਮਨ ਦੇ ਵਿਕਾਰਾਂ ਤੋਂ ਨਹੀਂ ਬਚਾ ਸਕੇ। ਤੇ ਫਿਰ ਆਪਾਂ ਇਹ ਵਿਚਾਰ ਕਰਨੀ ਕਿ ਕੀ ਭਗਵਾਨ ਵਾਲਮੀਕ ਜੀ ਵਿੱਚ ਇਹੋ ਜਿਹੇ ਅਵਗੁਣ ਸਨ, ਜਾਂ ਕੀ ਉਹਨਾਂ ਦੀ ਬਾਣੀ ਵਿੱਚੋਂ ਇਹੋ ਜਿਹੀ ਆਪਾਂ ਨੂੰ ਸਿੱਖਿਆ ਮਿਲਦੀ, ਉਹਨਾਂ ਦੀ ਬਾਣੀ ਵਿੱਚ ਇਹੋ ਜਿਹੇ ਸੰਕੇਤ ਮਿਲਦੇ ਕਿ ਕਿਸੇ ਸਮੇਂ ਦੇ ਵਿੱਚ ਕਿਸੇ ਘਟਨਾ ਦੇ ਵਿੱਚ ਵੀ ਉਹਨਾਂ ਨੇ ਆਪਣੇ ਮਨ ਦੇ ਹੱਥੋਂ ਜਿਹੜੀ ਉਹ ਮਾਰ ਖਾ ਲਈ। ਭਗਵਾਨ ਵਾਲਮੀਕ ਜੀ ਨੇ ਸਪਸ਼ਟ ਫੈਸਲਾ ਦਿੱਤਾ ਬਾਣੀ ਦੇ ਅੰਦਰ, ਕਹਿੰਦੇ ਉਹ ਭਾਈ ਸਮੇਰ ਪਰਬਤ ਦੀ ਗੱਲ ਭਗਵਾਨ ਵਾਲਮੀਕ ਜੀ ਨੇ ਬਹੁਤ ਜਗ੍ਹਾ ਤੇ ਆਪਣੇ ਗ੍ਰੰਥ ਵਿੱਚ ਲਿਖੀ ਕਿ ਜਦੋਂ ਇਨਸਾਨ ਦੀ ਇਹ ਅਵਸਥਾ ਬਣ ਜਾਏਗੀ, ਸੰਤ ਉਸ ਨੂੰ ਕਹਿ ਸਕਦੇ, ਸਾਧੂ ਉਸ ਨੂੰ ਕਹਿ ਸਕਦੇ ਜਿਹੜਾ ਸਮੇਰ ਪਰਬਤ ਦੇ ਵਾਂਗ ਅਚਲਿਆ। ਇਸ ਕਰਕੇ ਗੁਰਮੁਖ ਪਿਆਰਿਓ, ਪਿਆਰੀ ਸਾਧ ਸੰਗਤ ਜੀ, ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਬਾਣੀ ਦੀ ਕਸਵੱਟੀ ਅਨੁਸਾਰ ਆਪਾਂ ਆਖ ਸਕਦੇ ਇਹ ਰਿਸ਼ੀ ਜਾਂ ਮਹਾਰਿਸ਼ੀਆਂ ਦੀ ਗੱਲ, ਕਲਪਤ ਕਹਾਣੀਆਂ ਦੀ ਗੱਲ, ਸਿਰਫ ਆਮ ਲੋਕਾਂ ਦੇ ਸਮੇਂ ਦੇ ਵਿੱਚ ਕਹਿ ਲਓ ਇਹਨਾਂ ਦੇ ਨਾਂ ਜਿਹੜਾ ਉਸ ਦੇ ਨਾਲ ਜਿਹੜਾ ਉਹ ਜੋੜ ਦਿੱਤੀ ਗਈ। ਭਾਈ ਸਾਹਿਬ ਜੀ, ਆਪ ਜੀ ਨੇ ਕਾਫੀ ਵਿਸਥਾਰ ਵਿੱਚ ਜ਼ਿਕਰ ਕੀਤਾ। ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਅੰਦਰ ਬਹੁਤ ਸਾਰੇ ਅਜਿਹੇ ਪ੍ਰਮਾਣ ਮਿਲਦੇ ਹਨ ਜੋ ਵੇਦਾਂ ਵਿੱਚੋਂ, ਪੁਰਾਣਾਂ ਵਿੱਚੋਂ ਜਾਂ ਫਿਰ ਉਪਨਿਸ਼ਦ ਜੋ ਕਿ ਗਿਣਤੀ ਵਿੱਚ ਕੋਈ 200 ਤੋਂ ਵੱਧ ਹਨ, ਉਹਨਾਂ ਵਿੱਚੋਂ ਹੀ ਲਏ ਗਏ ਆਖੇ ਜਾ ਸਕਦੇ ਹਨ। ਅਤੇ ਭਗਵਾਨ ਵਾਲਮੀਕ ਜੀ ਦੀ ਜ਼ਿੰਦਗੀ ਨਾਲ ਸੰਬੰਧਿਤ ਕਹਾਣੀਆਂ ਵੀ ਸਕੰਦ ਪੁਰਾਣ ਦੀ ਦੇਣ ਹੈ, ਜੋ ਕਿ 9ਵੀਂ ਜਾਂ 10ਵੀਂ ਸਦੀ ਦੀ ਦੇਣ ਆਖੀ ਜਾ ਸਕਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਪਿਛਲੇ ਸਤਸੰਗਾਂ ਵਿੱਚ ਵੀ ਦਰਵਾਸ਼ਾ ਰਿਸ਼ੀ ਜਿਨ੍ਹਾਂ ਦਾ ਕ੍ਰਿਸ਼ਨ ਭਗਵਾਨ ਜੀ ਵੀ ਆਦਰ ਕਰਦੇ ਸਨ, ਜਿੱਥੋਂ ਤੱਕ ਬਾਣੀ ਦੀ ਕਸਵੱਟੀ ਹੈ, ਇਹਨਾਂ ਰਿਸ਼ੀਆਂ ਜਾਂ ਮਹਾਰਿਸ਼ੀਆਂ ਦੀ ਤੁਲਨਾ ਭਗਵਾਨ ਵਾਲਮੀਕ ਜੀ ਨਾਲ ਨਹੀਂ ਦਿੱਤੀ ਜਾ ਸਕਦੀ, ਕਿਉਂ ਜੋ ਇਹ ਮਨ ਦੀ ਹੱਦ ਨੂੰ ਪਾਰ ਨਹੀਂ ਕਰ ਸਕੇ। ਭਾਈ ਸਾਹਿਬ ਜੀ, ਆਪ ਜੀ ਦਾ ਕਾਂਸ਼ੀ ਟੈਲੀਵਿਜ਼ਨ ਤੇ ਆਉਣ ਦਾ ਬਹੁਤ ਬਹੁਤ ਧੰਨਵਾਦ।
ਧੰਨਵਾਦੀ ਹਾਂ ਕਾਂਸ਼ੀ ਟੈਲੀਵਿਜ਼ਨ ਦੀ ਸਾਰੀ ਟੀਮ ਦੇ, ਜਿਨ੍ਹਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਦੁਨੀਆ ਦੇ ਕੋਨੇ ਤੋਂ ਕੋਨੇ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਾਂ। ਸਮੁੱਚੀ ਮਾਨਵਤਾ ਨੂੰ ਬੇਨਤੀ ਕਰਦੇ ਹਾਂ ਕਿ ਕਾਂਸ਼ੀ ਟੈਲੀਵਿਜ਼ਨ ਦਾ ਵੱਧ ਤੋਂ ਵੱਧ ਸਹਿਯੋਗ ਦਈਏ। ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ।